सानू खांसी होवे ही ना, सानू ठंड लगे ही ना, सानू जुकाम होवे ही ना। इदां दी भी कुछ है जिहड़ियां असीं डॉक्टर दी रिकमेंडेशन दे नाल, डॉक्टर दी गाइडेंस दे विच रहिंदे होए ਉਹਨੂੰ इस्तेमाल करके कोविड-19 के इलाज वजों नहीं सगों दे विरोध वजों इम्यूनिटी बूस्टर के तौर पर इस्तेमाल कर सकते। ये ਜਿਹੜੀਆਂ ਤਿੰਨੇ ਜਿਹੜੀਆਂ ਮੈਡੀਸਿਨਸ ਨੇ ਇਹ ਪਹਿਲੀ ਸਟੇਜ ਦੇ ਵਿੱਚ ਵੀ ਕੰਮ ਕਰਨਗੀਆਂ, ਦੂਜੀ ਸਟੇਜ ਦੇ ਵਿੱਚ ਵੀ ਕੰਮ ਕਰਨਗੀਆਂ, ਤੀਜੀ ਚੌਥੀ ਪੰਜਵੀਂ। ਮਨੁੱਖ ਦੀ ਜਿਹੜੀ ਇਮਿਊਨਿਟੀ ਹੈ ਉਹ ਵੱਧ ਜਾਂਦੀ ਹੈ ਤਾਂ ਜਿਹੜੇ ਵਾਇਰਸ, ਬੈਕਟੀਰੀਆ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੋਰ ਮਤਲਬ ਕੀਟਾਣੂ ਨੇ ਉਹ ਇਸ ਦੇ ਵਿੱਚ ਆਪਣੇ ਆਪ ਜਿਹੜੇ ਨੇ ਮਰ ਜਾਂਦੇ ਨੇ। ਠੰਡ ਲੱਗਣੀ ਜਾਂ ਬਹੁਤ ਤੇਜ਼ ਜਿਹੜਾ ਹੈਗਾ ਕੰਬਾ ਛਿੜਨਾ, ਮਤਲਬ ਇਸ ਤਰ੍ਹਾਂ ਦੇ, ਜਾਂ ਫਿਰ ਜਿਹੜੀ ਇਹ ਸਮੈਲ ਪਾਵਰ ਜਿਹੜੀ ਹੈ ਮਨੁੱਖ ਦੀ ਖਤਮ ਹੋ ਜਾਣੀ, ਜਾਂ ਜਿਹੜਾ ਉਸਦਾ ਟੇਸਟ ਵੀ ਖਤਮ ਹੋ ਜਾਣਾ। ਹੁਣ ਅਸੀਂ ਇੱਥੇ ਕੀ ਕਰਾਂਗੇ? ਕਰੋਨਾ ਦੇ ਵਿੱਚ ਅਸੀਂ ਕਿਹੜੇ ਅੰਗ ਨੂੰ ਵੱਢਾਂਗੇ? ਸਾਡੀ ਸਾਰੀ ਬਾਡੀ ਦਾ ਖੂਨ ਹੀ ਜਿਹੜਾ ਕਾਲਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਉਸਨੂੰ ਆਕਸੀਜਨ ਤਾਂ ਮਿਲ ਨਹੀਂ ਰਹੀ ਅਤੇ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਉਹਦੇ 'ਚ ਬਹੁਤ ਵੱਧ ਗਈ। ਸੋ ਇਸ ਜਿਹੜੀ ਇਹ ਸਟੇਜ ਦੇ ਉੱਤੇ ਅਸੀਂ ਜਿਹੜੀ ਜੇ ਬੂਸਟਰ ਕਰਨਾ ਹੈ ਤਾਂ ਰਸਾਇਣਕ ਦੀ ਇੱਥੇ ਫਿਰ ਲੋੜ ਪੈਣੀ ਹੈ। ਪੇਸ਼ੈਂਟ ਨੂੰ ਲੱਗਣਾ ਸ਼ੁਰੂ ਹੋ ਜਾਣਾ ਕਿ ਮੇਰੀ ਮੌਤ ਆਉਣ ਵਾਲੀ ਹੈ, ਉਸਨੇ ਡਰਨਾ ਸ਼ੁਰੂ ਹੋ ਜਾਣਾ। ਉਹ ਆਪਣੀ ਕਿਸੇ ਭੈਣ ਨੂੰ, ਕਿਸੇ ਬਾਪ ਨੂੰ ਉਹ ਦੱਸੇਗਾ ਨਹੀਂ, ਲੇਕਿਨ ਕਹੂਗਾ ਕਿ ਮੇਰਾ ਹੱਥ ਫੜ ਕੇ ਰੱਖੋ। ਤਾਂ ਲਾਈਕੋਪੋਡੀਅਮ ਇੱਕ ਇਹੋ ਜਿਹੀ ਜਿਹੜੀ ਮੈਡੀਸਨ ਹੈ ਉਸ ਨੂੰ ਜਿਹੜੀ ਇਹ ਮੌਤ ਦੇ ਜਵਾੜੇ ਵਿੱਚੋਂ ਕੱਢ ਲੈਂਦੀ ਹੈ ਕੇਵਲ ਕੁਝ ਘੰਟਿਆਂ ਦੇ ਵਿੱਚ। ਵੱਡੇ ਕੇਸ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ कि मौत हो जाती है, उसका करोना वायरस का टैसट करवाया जाता है, बाद में पता लगता है कि जी इसनूं दा करोना वायरस। सत श्री अकाल जी, हकीकत टीवी पंजाबी देख रहे साढ़े सारे दर्शकों का स्वागत है। मैं हाँ कासिफ फारूकी। इन्हें दिनी केंद्र के आयुष विभाग ने होम्योपैथिक वाले डॉक्टर्स नूं, आयुर्वेद वाले डॉक्टरां नूं एक दवाई रिकमेंड की है करोना वायरस के अगेंस्ट के अपनी समर्था ਵਧਾਉਣ ਦੇ ਲਈ, ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਦੇ ਲਈ ਇਮਿਊਨ ਸਿਸਟਮ ਨੂੰ ਬੂਸਟਰ ਦੇ ਤੌਰ ਤੇ ਉਹ ਦਵਾਈ ਦੇਣ ਦੀ ਰਿਕਮੈਂਡੇਸ਼ਨ ਹੋਮਿਓਪੈਥਿਕਸ ਦੇ ਡਾਕਟਰਾਂ ਨੂੰ ਕੇਂਦਰ ਸਰਕਾਰ ਵੱਲੋਂ ਖਾਸ ਕਰਕੇ ਕੀਤੀ ਗਈ ਹੈ। ਕਿਹੜੀ ਉਹ ਦਵਾਈ ਹੈ ਔਰ ਅੱਜ ਕੱਲ੍ਹ ਜਿਹੜੇ ਮਾਮਲੇ, ਅਜੀਬ ਤਰ੍ਹਾਂ ਦੇ ਮਾਮਲੇ ਕਰੋਨਾ ਵਾਇਰਸ ਨੂੰ ਲੈ ਕੇ ਆ ਰਹੇ ਨੇ, ਬਹੁਤ ਸਾਰੇ ਮਾਮਲੇ ਅਜਿਹੇ ਵੀ ਨੇ ਜਿਨ੍ਹਾਂ ਦੇ ਵਿੱਚ ਲੱਛਣ ਵੀ ਨਹੀਂ ਹੁੰਦੇ, ਲੇਕਿਨ ਜਦੋਂ ਟੈਸਟ ਕਰਵਾਇਆ ਜਾਂਦਾ ਹੈ ਤਾਂ ਉਹ ਕਰੋਨਾ ਪੋਜ਼ਿਟਿਵ ਆ ਜਾਂਦਾ ਹੈ। ਅਜਿਹੇ ਦੇ ਵਿੱਚ ਅਸੀਂ ਇੱਕ ਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਕਰਵਾ ਰਹੇ ਹਾਂ ਲੰਡਨ ਤੋਂ ਐਮਡੀ ਡਾਕਟਰ ਅਜਮੇਰ ਸਿੰਘ ਮਾਰ ਹੋਣਾ ਦੇ ਨਾਲ, ਜਿਨ੍ਹਾਂ ਨੂੰ ਅਸੀਂ ਕੱਟ ਵਾਲੇ ਡਾਕਟਰ ਕਹਿ ਕੇ ਵੀ ਮੁਖਾਤਿਬ ਹੁੰਦੇ ਹਾਂ। ਜ਼ਿਆਦਾਤਰ ਸਾਡੇ ਜਿਹੜੇ ਦਰਸ਼ਕ ਨੇ ਕੱਟ ਵਾਲੇ ਡਾਕਟਰ ਦੇ ਨਾਂ ਤੋਂ ਉਹਨਾਂ ਨੂੰ ਜਾਣਦੇ ਨੇ। ਇੱਕ ਵਾਰ ਸਵਾਗਤ ਕਰ ਲੈਂਦੇ ਹਾਂ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਸਾਹਿਬ ਹਾਂਜੀ, ਮੈਂ ਆਪਣਾ ਜਿਹੜਾ ਹੈਗਾ ਅਦਾਰਾ ਹਕੀਕਤ ਅਤੇ ਜਿਹੜੇ ਮੇਰੇ ਸਾਰੇ ਫਾਟਕ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਫਿਰ ਕਰੋਨਾ ਬਾਰੇ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮੌਕਾ ਦਿੱਤਾ। ਜੀ 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 ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਔਰ ਕੋਵਿਡ-19 ਇਹਨਾਂ ਦੇ ਵਿੱਚ ਵੀ ਕੋਈ ਫਰਕ ਹੈ ਜੀ? ਹਾਂ, ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਤਰ ਹੈ ਅਤੇ ਬਹੁਤ ਕਨਫਿਊਜ਼ਨ ਪਾਇਆ ਜਾਂਦਾ ਆਮ ਜਿਹੜੀਆਂ ਲੋਕਾਂ ਦੇ ਵਿੱਚ। ਜਿਹੜਾ ਕਰੋਨਾ ਹੈ ਨਾ, ਕਰੋਨਾ ਵਾਇਰਸ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਤਾਂ ਇੱਕ ਵੱਡੀ ਫੈਮਿਲੀ ਹੈ ਜਿਹਦੇ ਵਿੱਚ ਲਗਭਗ 200 ਦੇ ਉੱਤੇ ਵਾਇਰਸਿਸ ਨੇ। ਲੇਕਿਨ ਜਿਹਨੂੰ ਅਸੀਂ ਕੋਵਿਡ-19 ਕਹਿੰਦੇ ਹਾਂ, ਇਹ ਇੱਕ ਸਪੈਸ਼ਲਾਈਜ਼ਡ ਕਿਸਮ ਦਾ ਵਾਇਰਸ ਹੈ। ਇੱਕ ਬਿਲਕੁਲ ਇਹ ਨਵੇਕਲਾ ਵਾਇਰਸ ਹੈ ਜਿਹਨੂੰ ਨਵੇਲਾ ਕਿਹਾ ਜਾਂਦਾ ਹੈਗਾ, ਜਿਹੜਾ ਕਿ ਚੀਨ ਦੇ ਜਿਹੜਾ ਹੈਗਾ ਵੁਹਾਨ ਸ਼ਹਿਰ ਦੇ ਵਿੱਚ ਲਗਭਗ ਪਿੱਛੇ ਦਸੰਬਰ ਜਨਵਰੀ ਦੇ ਵਿੱਚ ਜਿਹੜਾ ਹੈਗਾ ਇਰਪਟ ਹੋਇਆ ਹੈਗਾ। ਸੋ ਇਸ ਦੇ ਇੱਕ ਜਿਹੜੇ ਨੇ ਵਿਸ਼ੇਸ਼ ਜਿਹੜੇ ਲੱਛਣ ਨੇ, ਇਹ ਇੱਕ ਵੱਖਰੀ ਕਿਸਮ ਦਾ ਜਿਹੜਾ ਹੈਗਾ ਇੱਕ ਵਾਇਰਸ ਹੈ ਜੀ। ਅਤੇ ਜਿੱਥੋਂ ਤੱਕ ਜਿਹੜਾ ਹੈਗਾ ਆਪਣਾ ਆਯੂਸ਼ ਨੇ ਰਿਕਮੈਂਡ ਕੀਤਾ ਹੈਗਾ ਬੂਸਟਰ ਦੇ ਲਈ, ਇਹ ਬੜਾ ਜਿਹੜਾ ਹੈਗਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਜਿਹੜੀ ਹੋਮੋਪੈਥੀ ਹੈ ਇਹ ਅਸਲ ਦੇ ਵਿੱਚ ਕਿਸੇ ਬਿਮਾਰੀ ਦਾ ਇਲਾਜ ਤਾਂ ਕਰਦੀ ਉਹ ਨਹੀਂ, ਇਹ ਤਾਂ ਸਿਰਫ ਜਿਹੜੀ ਹੈ ਮਨੁੱਖੀ ਜਿਹੜੀ ਇਮਿਊਨਿਟੀ ਹੈ ਉਸ ਨੂੰ ਵਧਾਉਂਦੀ ਹੈ। ਜਦੋਂ ਮਨੁੱਖ ਦੀ ਜਿਹੜੀ ਇਮਿਊਨਿਟੀ ਹੈ ਉਹ ਵੱਧ ਜਾਂਦੀ ਹੈ ਤਾਂ ਜਿਹੜੇ ਵਾਇਰਸ, ਬੈਕਟੀਰੀਆ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੋਰ ਮਤਲਬ ਕੀਟਾਣੂ ਨੇ
ਉਹ ਇਸ ਦੇ ਵਿੱਚ ਆਪਣੇ ਆਪ ਜਿਹੜੇ ਨੇ ਮਰ ਜਾਂਦੇ ਨੇ ਤੇ ਸਰੀਰ ਜਿਹੜਾ ਹੈਗਾ ਤੰਦਰੁਸਤ ਰਹਿੰਦਾ ਹੈ ਜੀ। ਸੋ ਇਹ ਬਹੁਤ ਸਮੇਂ ਦੀ ਲੋੜ ਹੈ ਕਿ ਅਸੀਂ ਹੋਮੋਪੈਥੀ ਦੇ ਨਾਲ ਅਸੀਂ ਜਿਹੜੀ ਹੈ ਜਿਹੜੀ ਮਨੁੱਖੀ ਜਿਹੜੀ ਹੈ ਇਮਿਊਨਿਟੀ ਉਸ ਨੂੰ ਕਿਵੇਂ ਵਧਾਉਣਾ ਹੈ। ਸੋ ਇਹਦਾ ਜਿਹੜਾ ਆਧਾਰ ਹੈ ਉਹ ਹੈਗਾ ਆਪਣਾ ਜਿਹੜਾ ਸਾਰਾ ਹੀ ਆਪਣਾ ਜਿਹੜਾ ਦਾਰੋਮਦਾਰ ਹੁੰਦਾ ਹੈਗਾ ਹੋਮੋਪੈਥਿਕ ਜਿਹੜੀ એનર્ਜੀ ਮੈਡੀਸਨ ਹੈ। ਜਿਹੜੀ એનર્ਜੀ ਮੈਡੀਸਨ ਹੈ ਜਦੋਂ ਅਸੀਂ ਇਹਨੂੰ ਦਿੰਦੇ ਹਾਂ ਤਾਂ ਮਨੁੱਖ ਦੀ ਜਿਹੜੀ ਵਿਟੈਲਿਟੀ ਹੈ ਜਿਹਨੂੰ ਅਸੀਂ ਸ਼ਕਤੀ ਕਹਿੰਦੇ ਹਾਂ ਜਾਂ ਜੀਵਨ ਸ਼ਕਤੀ ਹੈ ਉਸ ਨੂੰ ਵਧਾਉਂਦੀ ਹੈ। ਜਦੋਂ ਬੰਦਾ ਮਰ ਜਾਂਦਾ ਹੈ ਕੁਝ ਨਹੀਂ ਹੁੰਦਾ, ਉਹਦੀ ਜਿਹੜੀ ਵਿਟੈਲਿਟੀ ਹੈ ਜਿਹੜੀ ਜੀਵਨ ਸ਼ਕਤੀ ਹੈ ਜਿਹੜੀ ਜਾਂ ਉਸ ਨੂੰ ਅਸੀਂ ਇਮਿਊਨਿਟੀ ਕਹਿ ਲਈਏ ਉਹ ਜ਼ੀਰੋ ਹੋ ਜਾਂਦੀ ਹੈ। ਸੋ ਇਹ ਜਿਹੜਾ ਵਾਇਰਸ ਹੈ ਇਹ ਆਮ ਤੌਰ 'ਤੇ ਲੋਕਾਂ ਦੇ ਵਿੱਚ ਬਹੁਤ ਦਹਿਸ਼ਤ ਹੈ, ਪਰ ਇਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਹੈਗਾ 80% ਹਾਲਤਾਂ ਦੇ ਵਿੱਚ ਇਹ ਜਿਹੜਾ ਆਪਣਾ ਨਵਾਂ ਜਿਹੜਾ ਵਾਇਰਸ ਹੈਗਾ ਜਿਹਨੂੰ ਆਪਾਂ ਕੋਵਿਡ-19 ਵੀ ਕਹਿੰਦੇ ਹਾਂ ਇਸ ਦੇ ਲੱਛਣ ਲਗਭਗ ਬਹੁਤ ਹੀ ਸਧਾਰਨ ਕਿਸਮ ਦੇ ਹਨ 80% ਕੇਸਾਂ ਦੇ ਵਿੱਚ, ਅਤੇ ਉਹ ਲਗਭਗ ਆਪਣੇ ਆਪ ਠੀਕ ਵੀ ਹੋ ਜਾਂਦੇ ਹਨ। ਅਤੇ ਜਿਹੜੇ 15% ਕੇਸ ਨੇ ਉਹ ਥੋੜ੍ਹੇ ਜਿਹੇ ਸੀਰੀਅਸ ਹੁੰਦੇ ਹਨ ਲੇਕਿਨ ਕੁਝ ਸਮਾਂ ਪਾ ਕੇ ਉਹ ਵੀ ਠੀਕ ਹੁੰਦੇ ਹਨ। ਕੇਵਲ ਜਿਹੜੇ ਨੇ 5% ਕੇਸ ਨੇ ਜਿਹੜੇ ਕਿ ਬੜੇ ਕੰਪਲੈਕਸ ਕਿਸਮ ਦੇ ਹੁੰਦੇ ਹਨ, ਜਿਹੜੇ ਕੇਸ ਜਿਹੜਾ ਹੈਗਾ ਜਿਨ੍ਹਾਂ ਦੇ ਵਿੱਚ ਜਿਹੜਾ ਸਾਡਾ ਮਲਟੀ ਔਰਗਨ ਫੇਲੀਅਰ ਹੋਣ ਦਾ ਜਿਹੜਾ ਹੈਗਾ ਡਰ ਸਦਾ ਹੀ ਬਣਿਆ ਰਹਿੰਦਾ ਹੈ ਅਤੇ ਉਹਦੇ ਵਿੱਚ ਹੀ ਇਨਸਾਨ ਦੀ ਡੈਥ ਹੁੰਦੀ ਹੈ। ਪਰ ਡਾਕਟਰ ਸਾਹਿਬ ਇੱਕ ਇੱਥੇ ਵੱਡਾ ਸਵਾਲ ਇਹ ਹੈ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਕਈ ਲੋਕ ਤੇ ਕਈ ਮਰੀਜ਼ ਜਿਹੜੇ ਕਰੋਨਾ ਵਾਇਰਸ ਦੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਉਹ 3-4 ਦਿਨਾਂ ਦੇ ਵਿੱਚ ਹੀ ਰਿਕਵਰ ਕਰ ਜਾਂਦੇ ਨੇ ਔਰ ਕਈਆਂ ਨੂੰ 15-15 ਦਿਨ ਲੱਗ ਜਾਂਦੇ ਨੇ ਔਰ ਕਈਆਂ ਦੀ ਇਸ ਚੀਜ਼ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਮੁੰਡੇ ਕੁੜੀਆਂ ਦੀ ਵੀ ਉਹ ਡੈਥ ਹੋ ਰਹੀ ਹੈ। ਡਾਕਟਰ ਸਭ ਤੋਂ ਵੱਧ ਪ੍ਰਭਾਵਿਤ ਨੇ, ਇਹ ਕੀ ਕਾਰਨ ਹੈ ਜੀ? ਹਾਂ, ਇਹ ਜਿਹੜਾ ਇਹ ਵਾਇਰਸ ਹੈ ਇਸ ਦਾ ਇੱਕ ਜਿਹੜਾ ਹੈਗਾ ਬੜਾ ਹੀ ਅਜੀਬੋ ਗਰੀਬ ਜਿਹੜਾ ਹੈ ਫਿਨੋਮੀਨਾ ਹੈ। ਇਸ ਨੂੰ ਅਸੀਂ ਹਿਸਟਰੀਕਲ ਫਿਨੋਮੀਨਾ ਵੀ ਕਹਿ ਸਕਦੇ ਹਾਂ। ਸੋ ਇਹ ਬੜੇ ਜਿਹੜੇ ਕੰਟਰਾਡਿਕਟਰੀ ਜਿਹੜੇ ਸਿੰਪਟਮ ਪੈਦਾ ਕਰ ਰਿਹਾ ਹੈਗਾ। ਦੇਖਣ 'ਚ ਆਇਆ ਹੈਗਾ ਕਿ ਕਈ ਵਾਰ ਇਹਦੇ ਜਿਹੜੇ ਸਿੰਪਟਮ ਨੇ 3 ਦਿਨਾਂ ਦੇ ਵਿੱਚ ਹੀ ਬੜੇ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ, ਅਤੇ ਕਈ ਵਾਰ ਇਹ ਵੀ ਦੇਖਣ 'ਚ ਆਇਆ ਹੈ ਕਿ ਮਰੀਜ਼ ਜਿਹੜਾ ਹੈਗਾ 10-10 15-15 ਦਿਨ ਜਿਹੜਾ ਹੈਗਾ ਉਹ ਲਟਕਦਾ ਰਹਿੰਦਾ ਲੇਕਿਨ ਉਸ ਦੇ 'ਚ ਕੋਈ ਵੀ ਜਿਹੜਾ ਹੈਗਾ ਇੰਨਾ ਕੋਈ ਘਾਤਕ ਜਿਹੜਾ ਸਿੰਪਟਮ ਹੈ ਉਹ ਨਹੀਂ ਆਉਂਦਾ। ਸੋ ਇਹਦਾ ਕਾਰਨ ਕੀ ਹੈ? ਇਸ ਦਾ ਕਾਰਨ ਹੁਣ ਜਿਹੜੇ ਸਾਇੰਸਦਾਨਾਂ ਨੇ ਲੱਭ ਲਿਆ ਹੈ ਉਹ ਕਾਰਨ ਇਹ ਹੈ ਕਿ ਜਿਹੜਾ ਇਹ ਵਾਇਰਸ ਹੈ ਇਹ ਆਪਣਾ ਜਿਹੜਾ ਕੌਨਸਟੀਟਿਊਸ਼ਨ ਹੈ ਜਾਂ ਆਪਣਾ ਜਿਹੜਾ ਰੂਪ ਹੈ ਉਹਨੂੰ ਬਦਲਦਾ ਰਹਿੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਅਕਸਰ ਕਿਹਾ ਕਰਦੇ ਸੀ ਕਿ ਛਲੇਡਾ ਹੁੰਦਾ ਹੈ ਕਿ ਮੈਨੂੰ ਛਲੇਡਾ ਮਿਲਿਆ। ਛਲੇਡਾ ਹੁੰਦਾ ਸੀ ਉਹਦਾ ਪਤਾ ਨਹੀਂ ਸੀ ਲੱਗਦਾ, ਕਦੇ ਉਹਨੇ ਬਾਂਦਰ ਬਣ ਜਾਣਾ, ਕਦੇ ਉਹਨੇ ਮਨੁੱਖ ਬਣ ਜਾਣਾ, ਕਦੇ ਉਹਨੇ ਚੰਡੇਲ ਬਣ ਜਾਣਾ। ਸੋ ਇਸ ਤਰ੍ਹਾਂ ਹੀ ਇਹ ਜਿਹੜਾ ਵਾਇਰਸ ਹੈ ਇਹ ਆਪਣਾ ਰੂਪ ਬਹੁਤ ਜਲਦੀ ਬਦਲਦਾ ਅਤੇ ਹੁਣ ਤੱਕ ਲਗਭਗ ਇਸ ਦੇ ਪਹਿਲਾਂ ਤਾਂ 3 ਰੂਪ ਕਹੇ ਜਾਂਦੇ ਸੀਗੇ ਅਤੇ ਉਹ ਤਿੰਨੇ ਜਿਹੜੇ ਪ੍ਰਮੁੱਖ ਲੱਛਣ ਸੀ ਇਸਦੇ, ਜਿਵੇਂ ਬੁਖਾਰ ਦਾ ਹੋ ਜਾਣਾ, ਮਤਲਬ ਥੋੜ੍ਹਾ ਬਹੁਤਾ ਸਾਹ ਦਾ ਚੜ੍ਹਨਾ ਅਤੇ ਖੰਘ ਦਾ ਚੜ੍ਹਨਾ। ਪਰ ਜਿਉਂ-ਜਿਉਂ ਜਨਵਰੀ ਦੇ ਬਾਅਦ ਸਮਾਂ ਬੀਤਦਾ ਗਿਆ ਹੈ ਹੁਣ ਜਿਹੜੀ ਲੇਟੈਸਟ ਜਿਹੜੀ ਹੈ ਰਿਸਰਚ ਕੀਤੀ ਹੈ ਅਮਰੀਕਾ ਦੀ ਜਿਹੜੀ ਇੱਕ ਬਹੁਤ ਮਹਾਨ ਜਿਹੜੀ ਅਤੇ ਸੰਸਾਰ ਪੱਧਰ ਦੀ ਜਿਹੜੀ ਹੈ ਇੱਕ ਮੈਡੀਕਲ ਅਦਾਰਾ ਹੈ ਜਿਹਨੂੰ CDC ਕਿਹਾ ਜਾਂਦਾ ਹੈ, ਉਸਨੇ ਦੇਖਿਆ ਹੈ ਕਿ ਹੁਣ 3 ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੰਪਟਮ ਉਸਨੇ ਇਨਕਲੂਡ ਕਰ ਲਏ ਹਨ, ਜਿਵੇਂ ਠੰਡ ਲੱਗਣੀ ਜਾਂ ਬਹੁਤ ਤੇਜ਼ ਜਿਹੜਾ ਹੈਗਾ ਕੰਬਾ ਛਿੜਨਾ, ਮਤਲਬ ਇਸ ਤਰ੍ਹਾਂ ਦੇ, ਜਾਂ ਫਿਰ ਜਿਹੜੀ ਇਹ ਸਮੈਲ ਪਾਵਰ ਜਿਹੜੀ ਹੈ ਮਨੁੱਖ ਦੀ ਖਤਮ ਹੋ ਜਾਣੀ ਜਾਂ ਜਿਹੜਾ ਉਸਦਾ ਟੇਸਟ ਵੀ ਖਤਮ ਹੋ ਜਾਣਾ। ਸੋ ਜਿਵੇਂ ਇਹ ਜਿਹੜਾ ਵਾਇਰਸ ਹੈ ਇਹ ਸਮੇਂ ਦੇ ਨਾਲ ਆਪਣਾ ਜਿਹੜਾ ਰੂਪ ਬਦਲਦਾ ਜਾਂਦਾ ਹੈ ਅਤੇ ਇਹ ਵੀ ਕੋਈ ਜਿਹੜੀ ਹੈ ਅਨਹੋਣੀ ਮਤਲਬ ਗੱਲ ਨਹੀਂ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹ ਆਪਣਾ ਰੂਪ ਬਦਲਦਾ ਜਾ ਰਿਹਾ ਹੈ ਇਹ ਇੱਕ ਆਪਣਾ ਇਸ ਤੋਂ ਵੀ ਜ਼ਿਆਦਾ ਭਿਆਨਕ ਰੂਪ ਗ੍ਰਹਿਣ ਕਰ ਲਵੇ। ਇਸ ਨੂੰ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਰਿਸਰਚਜ਼ ਹੋ ਰਹੀਆਂ ਨੇ ਇਹ ਜਿਹੜੀਆਂ ਕੋਵਿਡ ਵਾਇਰਸ ਦੇ ਉੱਤੇ ਖਾਸ ਤੌਰ 'ਤੇ ਅਮਰੀਕਾ ਦੇ ਵਿੱਚ ਜਿੱਥੇ ਇਸ ਨੇ ਬਹੁਤ ਜਿਹੜੀ ਹੈ ਤਬਾਹੀ ਮਚਾਈ ਹੋਈ ਹੈ ਉੱਥੇ ਹੁਣ ਦੇਖਿਆ ਗਿਆ ਹੈ ਕਿ ਇੱਕ ਕਲਾਉਡਿੰਗ ਵੀ ਕਰਨ ਲੱਗ ਗਿਆ, ਮਤਲਬ ਜਿਹੜਾ ਹੈਗਾ ਮਰੀਜ਼ਾਂ ਦਾ ਜਿਹੜੀ ਹੁਣ ਮੌਤ ਹੋ ਰਹੀ ਹੈ। ਪਹਿਲਾਂ ਤਾਂ ਅਸੀਂ ਕਹਿੰਦੇ ਸੀ ਨਾ ਵੀ ਰੈਸਪੀਰੇਟਰੀ ਫੇਲੀਅਰ ਹੁੰਦਾ ਹੈਗਾ ਅਤੇ ਹੁਣ ਵੀ ਜਿਹੜੇ ਲੰਗ ਜਿਹੜੇ ਨੇ ਉਹਨਾਂ ਦੇ ਵਿੱਚ ਸਾਹ ਲੈਣ ਦੇ ਵਿੱਚ ਬਹੁਤ ਅਖਿਆਈ ਹੁੰਦੀ ਆ, ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਲੇਕਿਨ ਹੁਣ ਇੱਕ ਜਿਹੜਾ ਹੈਗਾ ਇੱਕ ਹੋਰ ਜਿਹੜਾ ਸਾਡਾ ਸਿਸਟਮ ਹੈ ਬਾਡੀ ਦਾ ਜਿਹਨੂੰ ਅਸੀਂ ਬਲੱਡ ਸਰਕੂਲੇਟਰੀ ਸਿਸਟਮ ਕਹਿੰਦੇ ਹਾਂ ਇਹ ਉਸ 'ਤੇ ਵੀ ਬੜਾ ਇਹਨਾਂ ਮਾਰੂ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਤੇ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਮਨੁੱਖ ਦਾ ਜਿਹੜਾ ਖੂਨ ਹੈ ਉਸ ਦੀਆਂ ਜਿਹੜੀਆਂ ਜਾਂ ਵੇਨਜ਼ ਨੇ ਜਾਂ ਜਿਹੜੀਆਂ ਆਰਟਰੀਜ਼ ਨੇ ਉਹਨਾਂ ਦੇ ਵਿੱਚ ਜਮਣਾ ਸ਼ੁਰੂ ਹੋ ਜਾਂਦਾ ਹੈ। ਸੋ ਜੇ ਖੂਨ ਆਰਟਰੀਆਂ 'ਚ ਜਮ੍ਹਾਂ ਹੋਣ ਲੱਗਿਆ ਤੇ ਮਨੁੱਖ ਫਿਰ ਸਾਹ ਕਿਵੇਂ ਲਏਗਾ? ਇਹ ਉਸ ਤੋਂ ਵੀ ਜਿਹੜੀ ਹੈ ਬੜੀ ਡੇਂਜਰਸ ਜਿਹੜੀ ਪੋਜੀਸ਼ਨ ਹੈ ਤੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁਦਾ ਨਾ ਕਰੇ ਇਹ ਇੰਨਾ ਭਿਆਨਕ ਰੂਪ ਲੈ ਜਾਵੇ। ਸੋ ਇੱਕ ਤਾਂ ਹੋਈ ਇਹ ਜਿਹੜੀ, ਫਿਰ ਆ ਗਈ ਗੱਲ ਇਹਦੀਆਂ ਸਟੇਜਸ ਦੀ। ਇਹਦੀਆਂ ਜਿਹੜੀਆਂ ਨੇ ਜਿਹੜਾ COVID-19 ਹੈ। ਮਾਫ਼ ਕਰਨਾ ਡਾਕਟਰ ਸਾਹਿਬ, ਮੈਂ ਤੁਹਾਨੂੰ ਵਿੱਚ ਹੀ ਰੋਕ ਰਿਹਾ, ਪਰ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇੱਦਾਂ ਦੀ ਕੋਈ ਬਚਾਅ ਹੈਗਾ ਜਿਸ ਤਰੀਕੇ ਨਾਲ ਇੱਕ ਜਿਹੜੀ ਮੈਡੀਸਨ ਰਿਕਮੈਂਡ ਕੀਤੀ ਗਈ ਹੈ ਜਿਹੜਾ ਹੋਮਿਓਪੈਥਿਕ ਦੇ ਵਿੱਚ, ਕਿ ਸਾਨੂੰ ਖਾਂਸੀ ਹੋਵੇ ਹੀ ਨਾ, ਸਾਨੂੰ ਠੰਡ ਲੱਗੇ ਹੀ ਨਾ, ਸਾਨੂੰ ਜ਼ੁਕਾਮ ਹੋਵੇ ਹੀ ਨਾ, ਇੱਦਾਂ ਦੀ ਵੀ ਕੁਝ ਹੈ ਜਿਹੜੀਆਂ ਅਸੀਂ ਡਾਕਟਰ ਦੀ ਰਿਕਮੈਂਡੇਸ਼ਨ ਦੇ ਨਾਲ, ਡਾਕਟਰ ਦੀ ਗਾਈਡਲਾਈਨਸ ਦੇ ਵਿੱਚ ਰਹਿੰਦੇ ਹੋਏ ਉਹਨੂੰ ਇਸਤੇਮਾਲ ਕਰਕੇ COVID-19 ਦੇ ਇਲਾਜ ਵਜੋਂ ਨਹੀਂ ਸਗੋਂ ਉਹਦੇ ਵਿਰੋਧ ਵਜੋਂ ਇਮਿਊਨਿਟੀ ਬੂਸਟਰ ਦੇ ਤੌਰ ਤੇ ਇਸਤੇਮਾਲ ਕਰ ਸਕੀਏ? ਵੈਸੇ ਤਾਂ ਜਿਹੜੀ ਹੋਮੋਪੈਥੀ ਦੀ ਜਿਹੜੀ ਹਰ ਇੱਕ ਮੈਡੀਸਨ ਹੈ ਨਾ, ਉਹ ਇੱਕ ਜਿਹੜੀ ਹੈਗਾ ਆਪਣੀ ਬੂਸਟਰ ਹੈ। ਸਾਡੀ ਜਿਹੜੀ ਵਿਟੈਲਿਟੀ ਹੈ ਉਸ ਨੂੰ ਵਧਾਉਂਦੀ ਹੈ। ਜਿਹਨੂੰ ਆਪਾਂ ਡੈਥ ਕਹਿੰਦੇ ਨੇ ਉਹ ਕੀ ਹੈਗੀ? ਲਾਸ ਆਫ ਵਿਟੈਲਿਟੀ ਹੈ। ਜਿਹੜੀ ਤੁਹਾਡੀ ਵਿਟੈਲਿਟੀ ਹੈ, ਜਿਹਨੂੰ ਅਸੀਂ ਜੀਵਨ ਸ਼ਕਤੀ ਕਹਿੰਦੇ ਹਾਂ, ਜਿਹਨੇ ਰੋਗਾਂ ਦੇ ਨਾਲ ਲੜਨਾ ਹੈ, ਉਹਨੇ ਜ਼ੀਰੋ ਹੋ ਜਾਣਾ। ਦਾ ਮੂਵਮੈਂਟ, ਉਹ ਜਿਹੜੀ ਸਾਡੀ ਐਨਰਜੀ ਹੈ, ਜਿਹਨੂੰ ਅਸੀਂ ਕਹਿੰਦੇ ਬੰਦੇ 'ਚੋਂ ਜਾਨ ਨਿਕਲ ਗਈ, ਉਹ ਜਾਨ ਕੀ ਹੈ? ਮਤਲਬ ਉਹਨੂੰ ਕਈ ਕਹਿੰਦੇ ਅਸੀਂ ਆਤਮਾ ਨਿਕਲ ਗਈ ਬੰਦੇ ਦੇ ਵਿੱਚੋਂ, ਬੰਦਾ ਡੈੱਡ ਹੋ ਜਾਂਦਾ। ਉਹ ਅਸਲ 'ਤੇ ਜਿਹੜੀ ਆਤਮਾ ਦਾ ਨਿਕਲਣਾ, ਉਹ ਜੇ ਉਹਨੂੰ ਅਸੀਂ ਵਿਗਿਆਨਕ ਜਾਂ ਮੈਡੀਕਲ ਅਰਥਾਂ 'ਚ ਕਹੀਏ ਤਾਂ ਉਹ ਸਾਡੀ ਜੀਵਨ ਸ਼ਕਤੀ ਹੈ। ਜਦੋਂ ਸਾਡੀ ਜੀਵਨ ਸ਼ਕਤੀ ਸਾਡੇ 'ਚੋਂ ਨਿਕਲ ਜਾਂਦੀ ਹੈ, ਸਾਡਾ ਜਿਹੜਾ ਹੈਗਾ ਸਾਰੇ ਸਿਸਟਮ ਜਿਹੜੇ ਨੇ ਬੰਦ ਹੋ ਜਾਂਦੇ ਨੇ। ਸਰਕੂਲੇਟਰੀ ਸਿਸਟਮ, ਐਕਸਕ੍ਰੀਟਰੀ ਸਿਸਟਮ, ਰੈਸਪੀਰੇਟਰੀ ਸਿਸਟਮ, ਅਤੇ ਬੰਦੇ ਦੀ ਜਿਹੜੀ ਮੌਤ ਹੋ ਜਾਂਦੀ ਹੈ। ਸੋ ਜਿਹੜੀ ਸਾਡੀ ਬੂਸਟਿੰਗ ਜਿਹਨੂੰ ਅਸੀਂ ਕਰਨਾ ਹੈ ਆਪਣੀ એનર્ਜੀ ਨੂੰ, ਉਹਦੇ ਦੋ ਤਰੀਕੇ ਨੇ। ਇੱਕ ਤਾਂ ਨੈਚੁਰਲ ਤਰੀਕਾ ਹੈ, ਅਤੇ ਨੈਚੁਰਲ ਤਰੀਕਾ ਕਿਵੇਂ ਹੈ ਕਿ ਅਸੀਂ ਜਿਹੜੀ ਹੈ ਹੈਲਦੀ ਸਾਨੂੰ ਜਿਹੜਾ ਹੈਗਾ ਫੂਡ ਖਾਣਾ ਚਾਹੀਦਾ ਹੈ। ਖਾਸ ਤੌਰ 'ਤੇ ਜਿਹੜਾ ਵਿਟਾਮਿਨ ਸੀ ਹੈ ਜਾਂ ਜਿਹੜੇ ਦੂਸਰੇ ਵਿਟਾਮਿਨ ਨੇ, ਉਹਨਾਂ ਦਾ ਜਿਹੜਾ ਹੈਗਾ ਇਨਟੇਕ ਸਾਨੂੰ ਜਿਹੜਾ ਹੈਗਾ ਆਪਣੇ ਸਰੀਰ ਦੇ ਵਿੱਚ ਵੱਧ ਲੈਣਾ ਚਾਹੀਦਾ ਹੈ। ਸਬਜ਼ੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਫਲਾਂ ਦਾ ਪ੍ਰਯੋਗ ਕਰਨਾ ਚਾਹੀਦਾ। ਸੋ ਇਹ ਸਾਡੀ ਨੈਚੁਰਲ ਇਮਿਊਨਿਟੀ ਹੈ। ਅਤੇ ਸੈਕਿੰਡ ਜਿਹੜੀ ਹੁੰਦੀ ਹੈ, ਜਿਹੜੀ ਇਮਿਊਨਿਟੀ, ਜਿਹੜੀ ਸਾਡੀ ਬਾਡੀ ਦੇ ਵਿੱਚ ਇੱਕ ਜਿਹੜੀ ਹੈ ਡਿਫੈਂਸ ਹੁੰਦੀ ਹੈ, ਜਿਹੜੇ ਸਾਡੇ WBC ਨੇ, ਜਿਹੜੇ ਬਿਮਾਰੀਆਂ ਦੇ ਵਿਰੁੱਧ ਲੜਦੇ ਨੇ, ਉਹਨਾਂ ਨੂੰ ਇੰਪਾਵਰ ਕਰਨ ਦੇ ਲਈ ਜਿਹੜੀਆਂ ਹੋਮੋਪੈਥਿਕ ਦਵਾਈਆਂ ਹਨ, ਮਤਲਬ ਹੋਮੋਪੈਥਿਕ ਜਿਹੜੀਆਂ ਮੈਡੀਸਨਜ਼ ਨੇ, ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਬੂਸਟਿੰਗ ਪਾਵਰ ਹੈ, ਜਿਹੜੇ WBC ਨੇ, ਜਿਹੜੀ ਸਾਡੀ ਡਿਫੈਂਸ ਸ਼ਕਤੀ ਹੈ, ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਨਿਊਕਲੀਅਰ ਵੈਪਨ ਦੀ ਤਰ੍ਹਾਂ ਹੈ ਜਿਹੜੀਆਂ ਹੋਮੋਪੈਥਿਕ ਮੈਡੀਸਨਜ਼ ਨੇ। ਜਦੋਂ ਅਸੀਂ ਹੋਮੋਪੈਥਿਕ ਮੈਡੀਸਨਾਂ ਦਿੰਦੇ ਹਾਂ ਤਾਂ ਜਿਹੜੀ ਉਸ ਦੀ ਜਿਹੜੀ ਪਾਵਰ ਇਤਨੀ ਜਿਹੜੀ ਵਿਅਕਤੀ ਦੀ ਵੱਧ ਜਾਂਦੀ ਹੈ ਕਿ ਉਸ ਨੂੰ ਜਿਹੜੀ ਹੈ ਖੰਘ, ਵੈਸੇ ਤਾਂ ਉਸ ਨੂੰ ਜੇ ਖੰਘ ਹੁੰਦੀ ਹੋਣੀ ਜਾਂ ਖੰਘ ਦਾ ਦੌਰਾ ਨਹੀਂ ਪਏਗਾ ਜਾਂ ਉਸ ਨੂੰ ਬੁਖਾਰ ਹੋਏਗਾ ਹੀ ਨਹੀਂ। ਜੇ ਹੋਏਗਾ ਵੀ ਤਾਂ ਉਸ ਦਾ ਜਿਹੜਾ ਬੜਾ ਮਾਈਲਡ ਅਟੈਕ ਹੋਏਗਾ, ਬਿਲਕੁਲ। ਮਤਲਬ ਉਸ ਦੀ ਜਿਹੜੀ ਸਿਵੀਰਿਟੀ ਹੈ, ਜਿਹੜੀ ਉਸ ਦੀ ਗੰਭੀਰਤਾ ਹੈ, ਉਹ ਘੱਟ ਹੋ ਜਾਏਗੀ। ਜਿਵੇਂ ਕਰੋਨਾ ਵਾਇਰਸ ਦੀ ਦੇਖਿਆ ਕਿ ਕਈ ਹਾਲਤਾਂ ਦੇ ਵਿੱਚ 3 ਦਿਨਾਂ ਦੇ ਵਿੱਚ ਵੀ ਡੈਥ ਹੁੰਦੀ ਦੇਖੀ ਗਈ ਹੈ। ਲੇਕਿਨ ਜੇ ਅਸੀਂ ਹੋਮਿਓਪੈਥਿਕ ਦਵਾਈਆਂ ਦੀ ਜਿਹੜੀ ਹੈ ਖਾਸ ਤੌਰ 'ਤੇ ਜਿਹੜੀ ਇੱਕ ਜਿਵੇਂ ਆਪਣਾ ਜਿਹੜੀ ਆਯੂਸ਼ ਨੇ ਰਿਕਮੈਂਡ ਕੀਤੀ ਹੈ, ਆਪਣੀ ਜਿਹੜੀ ਹੈ ਆਰਸੈਨਿਕ, ਜੇਕਰ ਅਸੀਂ ਉਹਨੂੰ ਬੂਸਟਰ ਡੋਜ਼ ਦੇ ਤੌਰ 'ਤੇ ਉਹਦੀ ਵਰਤੋਂ ਕਰੀਏ, ਜਾਂ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਕਈ ਦਵਾਈਆਂ ਨੇ, ਜਿਵੇਂ ਕੈਂਫਰ ਇੱਕ ਬਹੁਤ ਇੰਪੋਰਟੈਂਟ ਹਿੰਦੁਸਤਾਨ ਦਾ ਜਿਹੜਾ ਹੈਗਾ ਹੋਮਿਓਪੈਥ ਹੈ, ਵਰਲਡ ਫੇਮਸ ਹੋਮਿਓਪੈਥ ਹੈ ਸ਼ੰਕਰ ਰਾਜਨ, ਉਸਨੇ ਆਪਣੀ ਕੈਂਫਰ ਜਿਹੜੀ ਹੈ ਰਿਕਮੈਂਡ ਕੀਤੀ ਹੈ। ਸੋ ਇਹ ਜਿਹੜੀਆਂ ਦੋ ਮੈਡੀਸਨਾਂ ਨੇ, ਇੱਕ ਕੈਂਫਰ, ਇੱਕ ਜਿਹੜੀ ਹੈ ਆਪਣੀ ਆਰਸੈਨਿਕ, ਇੱਕ ਮੈਡੀਸਨ ਇਸ ਦੇ ਨਾਲ ਮੈਂ ਹੋਰ ਜੋੜਨੀ ਚਾਹਾਂ, ਉਹ ਹੈ ਹਾਈਡਰੋਸਾਈਨਿਕ ਐਸਿਡ। ਲੇਕਿਨ ਇਹ ਜਿਹੜੀਆਂ ਤਿੰਨੇ ਜਿਹੜੀਆਂ ਮੈਡੀਸਨਜ਼ ਨੇ, ਇਹ ਪਹਿਲੀ ਸਟੇਜ ਦੇ ਵਿੱਚ ਵੀ ਕੰਮ ਕਰਨਗੀਆਂ, ਦੂਜੀ ਸਟੇਜ ਦੇ ਵਿੱਚ ਵੀ ਕੰਮ ਕਰਨਗੀਆਂ, ਤੀਜੀ, ਚੌਥੀ, ਪੰਜਵੀਂ। ਜਿਉਂ-ਜਿਉਂ ਬਾਡੀ ਦੇ ਵਿੱਚ ਸਿੰਪਟਮ ਚੇਂਜ ਹੁੰਦੇ ਜਾਂਦੇ ਨੇ, ਤਿਵੇਂ ਇਹ ਮੈਡੀਸਨਾਂ 'ਤੇ ਇੰਨੀ ਸਮਰੱਥਾ ਹੈ ਕਿ ਇਹ ਵੀ ਉਹਨਾਂ ਦੇ ਸਿੰਪਟਮਾਂ ਨੂੰ ਜਿਹੜੀ ਹੈ ਆਪਣਾ ਖਤਮ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੀਆਂ ਨੇ। ਖਾਸ ਤੌਰ 'ਤੇ ਜਿਹੜੀਆਂ 3 ਮੈਡੀਸਨਾਂ ਨੇ, ਮੈਂ ਇਹਨਾਂ ਨੂੰ ਆਪਣਾ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਹੋਮੋਪੈਥਿਕ ਜਿਹੜੇ ਵੈਂਟੀਲੇਟਰ ਕਹਿ ਸਕਦੇ ਹਾਂ। ਜਿਹੜਾ ਕੰਮ ਵੈਂਟੀਲੇਟਰ ਨੇ ਕਰਨਾ ਹੈ, ਲਗਭਗ ਇਹਨਾਂ ਮੈਡੀਸਨਾਂ ਦੇ ਵਿੱਚ ਇੰਨੀ ਪਾਵਰ ਹੈ, ਜੇ ਅਸੀਂ ਸਿੰਪਟਮਾਂ ਦੇ ਅਨੁਸਾਰ ਇਹਨਾਂ ਨੂੰ ਉਸ ਸਮੇਂ
ਜਦੋਂ ਸਾਨੂੰ ਜਿਹੜੀ ਵੈਂਟੀਲੇਸ਼ਨ ਦੀ ਲੋੜ ਪੈਂਦੀ ਹੈ, ਜੇ ਉਸ ਸਮੇਂ ਹੋਮਿਓਪੈਥਾਂ ਨੂੰ ਗੌਰਮੈਂਟ ਨੂੰ ਮੌਕਾ ਦੇਣਾ ਚਾਹੀਦਾ ਉਸ ਸਮੇਂ ਵੀ, ਜਿਵੇਂ ਉਹਨਾਂ ਨੇ ਪਹਿਲਾਂ ਵੀ ਮੌਕਾ ਦਿੱਤਾ ਹੈ। ਮਤਲਬ ਗੌਰਮੈਂਟ ਨੂੰ ਇਹੋ ਜਿਹੇ ਹਸਪਤਾਲ ਬਣਾਉਣੇ ਚਾਹੀਦੇ ਹਨ ਕਿ ਜਿਹੜੇ ਐਮਰਜੈਂਸੀ ਹਸਪਤਾਲ ਹੋਣ, ਜਿਨ੍ਹਾਂ ਦੇ ਵਿੱਚ ਕੇਵਲ ਜਿਹੜੇ ਨੇ ਹੋਮਿਓਪੈਥਿਕ ਜਿਹੜੇ ਡਾਕਟਰ ਇਹ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਇਹਨਾਂ ਦਾ ਇਲਾਜ ਕਰ ਸਕਣ। ਸੋ ਇਹ ਜਿਹੜੀਆਂ ਸਟੇਜਜ ਨੇ, ਇਹ ਜਿਹੜੀਆਂ ਨੇ ਆਪਣਾ ਕਰੋਨਾ ਵਾਇਰਸ, ਆਮ ਤੌਰ 'ਤੇ ਇਸ ਦੀਆਂ ਜਿਹੜੀਆਂ ਨੇ 5 ਸਟੇਜਜ ਹੁੰਦੀਆਂ ਨੇ, ਲੇਕਿਨ ਜਿਹੜੀਆਂ 2 ਜਿਹੜੀਆਂ ਸਟੇਜਜ ਨੇ ਇਹ ਲਗਭਗ ਜਿਹੜਾ ਹੈ ਕੋਵਿਡ-19 ਇਸ ਦੇ ਵਿੱਚ ਲਗਭਗ ਇਹ ਨਾਮਾਤਰ ਦੇ ਵਿੱਚ ਬਰਾਬਰ ਨੇ। ਇਸੇ ਕਰਕੇ ਕਿਹਾ ਜਾਂਦਾ ਹੈ ਇਹ ਜਿਹੜੀਆਂ 2 ਜਿਹੜੀਆਂ ਸਟੇਜਜ ਨੇ, ਅਸਲ 'ਚ ਕਰੋਨਾ ਵਾਇਰਸ ਦੀਆਂ ਜਿਹੜੀਆਂ ਸਟੇਜਜ ਨੇ, ਇਹ ਜਿਹੜਾ ਕੋਵਿਡ-19 ਹੈ ਉਸ ਦੀਆਂ ਇਹ ਸਟੇਜਜ ਨਹੀਂ ਹਨ। ਜਿਹੜਾ ਆਪਣਾ ਕੋਵਿਡ-19 ਹੈ ਇਹ ਇਹਦੀ ਸ਼ੁਰੂਆਤ ਹੀ ਤੀਸਰੀ ਸਟੇਜ ਤੋਂ ਹੁੰਦੀ ਹੈ। ਸੋ ਇਹ ਜਿਹੜੀਆਂ 2 ਸਟੇਜਜ ਕਿਹੜੀਆਂ ਨੇ, ਪਹਿਲੀ ਸਟੇਜ ਆਪਣੀ ਹੈਗੀ ਜਿਹੜੀ ਹੈ ਬਲਗਮੀ ਸਟੇਜ ਕਹਿ ਸਕਦੇ ਹਾਂ ਅਸੀਂ। ਜਿਵੇਂ ਸਾਡਾ ਜਿਹੜਾ ਨੱਕ ਹੈ ਜਾਂ ਸਾਡਾ ਜਿਹੜਾ ਮਾਊਥ ਹੈ ਜਿਹੜਾ ਹੈਗਾ ਵਗਣਾ ਸ਼ੁਰੂ ਹੋ ਜਾਵੇ, ਮੂੰਹ ਦੇ ਵਿੱਚੋਂ ਜਿਹੜੀ ਆ ਪਾਣੀ ਆਉਣਾ ਸ਼ੁਰੂ ਹੋ ਜਾਵੇ, ਸਨੀਜਿੰਗ ਸ਼ੁਰੂ ਹੋ ਜਾਵੇ, ਅੱਖਾਂ ਦੇ ਵਿੱਚੋਂ ਜਿਹੜਾ ਹੈ ਪਾਣੀ ਆਉਣਾ ਸ਼ੁਰੂ ਹੋ ਜਾਵੇ। ਅਤੇ ਦੂਸਰੀ ਸਟੇਜ ਕੀ ਹੈਗੀ, ਜਦੋਂ ਖੰਘ ਜਿਹੜੀ ਹੈ ਕਰੂਪ ਦੇ 'ਚ ਬਦਲ ਜਾਂਦੀ ਹੈ, ਬੜੀ ਬਾਡੀ ਨੂੰ ਹਾਰਟ ਕਰਨਾ ਸ਼ੁਰੂ ਕਰ ਦਿੰਦੀ ਹੈ, ਗਲੇ ਨੂੰ, ਅਤੇ ਲੈਰੈਂਕਸ ਨੂੰ ਜਿਹੜੀ ਹੈ ਪ੍ਰਭਾਵਿਤ ਕਰਦੀ ਹੈ। ਸੋ ਇਸੇ ਜਿਹੜੀਆਂ ਸਟੇਜਜ ਨੇ ਕਰੂਪ, ਇਹਦੇ ਉੱਤੇ ਵੀ ਜਿਹੜੀ ਰਸਾਇਣਕ ਹੈ ਜਾਂ ਸਪੌਂਜੀਆ ਹੈ ਜਾਂ ਜਿਹੜੀ ਬਰੋਮੀਨ ਹੈ ਜਾਂ ਜਿਹੜੀਆਂ ਸੈਂਗੂਨੇਰ ਕਾਰਕ ਜਿਹੜੀਆਂ ਹੋਮੋਪੈਥਿਕ ਦਵਾਈਆਂ ਹਨ, ਇਹਨਾਂ ਨੂੰ ਜਿਹੜੀ ਹੈ ਬਾਡੀ ਬੂਸਟਰ ਦੇ ਤੌਰ 'ਤੇ ਜਿਹੜੀ ਹੈ ਵਰਤਿਆ ਜਾ ਸਕਦਾ ਹੈ। ਜਿਹੜੀ ਤੀਸਰੀ ਸਟੇਜ ਹੈ, ਅਸਲੀ ਸਹੀ ਅਰਥਾਂ ਦੇ ਵਿੱਚ ਜਿਹੜਾ ਕੋਵਿਡ-19 ਹੈ ਇਹਦੀ ਜਿਹੜੀ ਭਿਆਨਕ ਜਿਹੜੀ ਸਟੇਜ ਆ ਉਹ ਤੀਸਰੀ ਸਟੇਜ ਤੋਂ ਸ਼ੁਰੂ ਹੁੰਦਾ ਹੈ। ਉਹ ਤੀਸਰੀ ਸਟੇਜ ਕੀ ਹੈ, ਬਰੀਦਲੈਸਨੈਸ। ਜਦੋਂ ਪੇਸ਼ੈਂਟ ਨੂੰ ਮਤਲਬ ਮੈਂ ਜਿਹੜੇ ਇਸ ਦੇ ਵੱਖ ਜਿਹੜੇ ਨੇ ਵਿਅਕਤੀ ਉਹਨਾਂ ਦੇ ਲੱਛਣ ਆਉਂਦੇ ਹਨ। ਮਤਲਬ ਆਮ ਤੌਰ 'ਤੇ ਜਿਹੜੀਆਂ 2 ਸਟੇਜਜ ਨੇ ਉਹਨਾਂ ਦੇ 'ਚ ਲਗਭਗ ਬੁਖਾਰ ਨਿਲ ਦੇ ਬਰਾਬਰ ਹੁੰਦਾ ਹੀ ਨਹੀਂ, ਲੇਕਿਨ ਜਿਸ ਨੇ ਤੀਸਰੀ ਸਟੇਜ ਦੇ 'ਚੋਂ ਅੱਗੇ ਵਧਣਾ ਹੈ ਉਹਨਾਂ ਨੂੰ ਜਿਹੜਾ ਬੁਖਾਰ ਪਹਿਲੀ ਸਟੇਜ ਤੋਂ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਤੀਸਰੀ ਸਟੇਜ ਦੇ 'ਚ ਕੀ ਹੁੰਦਾ ਹੈਗਾ, ਇਸ ਦੇ ਵਿੱਚ ਇੱਕ ਤਾਂ ਜਿਹੜਾ ਸਾਹ ਬੜਾ ਵੱਧ ਜਾਂਦਾ, ਬਹੁਤ ਔਖਾ ਸਾਹ ਆਉਂਦਾ ਪੇਸ਼ੈਂਟ ਨੂੰ, ਜਿਹਨੂੰ ਅਸੀਂ ਡਿਸਪਨੀਆ ਕਹਿੰਦੇ ਨੇ। ਉਸ ਨੂੰ ਬੜਾ ਜ਼ੋਰ ਲਾਉਣਾ ਪੈਂਦਾ ਹੈ, ਉਹ ਉਸ ਮੰਜੇ ਦੇ ਲੇਟ ਤਾਂ ਹੋ ਸਕਦਾ ਹੀ ਨਹੀਂ, ਉਸ ਨੂੰ ਇੰਨਾ ਜਿਹੜਾ ਸਾਹ ਆਉਣਾ ਮਤਲਬ ਹੋ ਜਾਂਦਾ ਹੈ। ਉਸ ਨੂੰ ਬਹੁਤ ਬੇਚੈਨੀ ਹੁੰਦੀ ਹੈ। ਸੋ ਇਸ ਅਵਸਥਾ ਦੇ ਵਿੱਚ ਜਿਹੜੀ ਰਸਾਇਣਕ ਹੈ ਉਹ ਕੇਵਲ ਬੂਸਟਰ ਦੇ ਤੌਰ 'ਤੇ ਹੀ ਕੰਮ ਨਹੀਂ ਕਰੇਗੀ, ਬਲਕਿ ਉਹ ਬੜੇ ਕਿਊਰੇਟਿਵ ਤੌਰ 'ਤੇ ਵੀ ਕੰਮ ਕਰਦੀ ਹੈ ਇਸ ਸਟੇਜ ਦੇ ਵਿੱਚ। ਇਹ ਮਤਲਬ ਕਮ ਸੇ ਕਮ ਬਹੁਤ ਸਾਰੇ ਜਿਹੜੇ ਵਰਲਡ ਦੇ ਹੋਮਿਓਪੈਥ ਨੇ, ਇਹ ਉਹਨਾਂ ਦਾ ਤਜਰਬਾ ਹੈਗਾ ਕਿ ਉਹਨਾਂ ਨੇ ਦੇਖਿਆ, ਇਟਲੀ ਦੇ ਵਿੱਚ ਇੱਕ ਰਿਸਰਚ ਹੋਈ ਹੈ, ਉਸ ਦੇ ਵਿੱਚ ਬੜੇ ਮਤਲਬ ਕਮਾਲ ਦੇ ਜਿਹੜੇ ਨਤੀਜੇ ਆਏ ਨੇ। ਜਿਹੜਾ ਕੋਵਿਡ-19 ਉੱਤੇ ਉਹਨਾਂ ਨੇ ਹੋਮੋਪੈਥੀ ਜਿਹੜੀ ਵਰਤੀ ਹੈ ਅਤੇ ਬੜੇ ਵੰਡਰਫੁੱਲ ਰਿਜ਼ਲਟ ਆਏ ਨੇ। ਸੋ ਇਹ ਜਿਹੜੀ ਤੀਸਰੀ ਸਟੇਜ ਹੈ ਇਸ ਦੇ ਵਿੱਚ ਪ੍ਰਮੁੱਖ ਤੌਰ 'ਤੇ ਰਸਾਇਣਕ ਐਸੀਟਿਕ ਐਸਿਡ, ਹਾਇਓਸਿਆਮਸ, ਕੈਪਸੀਕਮ, ਬੈਸਿਲਿਨਮ ਅਤੇ ਹੈਲੋਜਨ ਗਰੁੱਪ ਦੀਆਂ ਦਵਾਈਆਂ, ਆਇਓਡੀਨ ਅਤੇ ਬਰੋਮੀਨ, ਇੱਕ ਹੋਰ ਦਵਾਈ ਹੈ ਮੈਫਾਈਟਸ ਆਦਿਕ ਨੂੰ ਜਿਹੜੀ ਹੈ ਜੇ ਉਸਦੇ ਸਿੰਪਟਮ ਹੋਣ ਤਾਂ ਵਰਤਿਆ ਜਾ ਸਕਦਾ ਹੈ। ਹਾਂ, ਜਿਹੜੀ ਸਿਸਟਮ ਨੂੰ ਅਸੀਂ ਬੂਸਟ ਕਰਨ ਦੇ ਲਈ, ਮਤਲਬ ਸਿਸਟਮ ਨੂੰ ਵਧਾਉਣ ਦੇ ਲਈ, ਤਾਂ ਕਿ ਮਤਲਬ ਬੂਸਟਿੰਗ ਦਾ ਕੀ ਮਤਲਬ ਹੈ, ਸਾਡੀ ਜਿਹੜੀ ਹੈ ਕਰੋਨਾ ਦੀ ਜਿਹੜੀ ਯਾਤਰਾ ਹੈ ਡੀਗ੍ਰੇਡੇਸ਼ਨ ਵੱਲ ਹੈ। ਡੀਗ੍ਰੇਡੇਸ਼ਨ ਦਾ ਕੀ ਮਤਲਬ ਹੈ, ਜਦੋਂ ਤੁਹਾਡਾ ਜਿਹੜਾ ਨੈਗੇਟਿਵ ਗਰੋਥ ਸ਼ੁਰੂ ਹੋ ਜਾਂਦਾ ਸਰੀਰ ਦੇ ਵਿੱਚ, ਮਤਲਬ ਤੁਹਾਡੀ ਜਿਹੜੀ ਹੈ ਜੀਵਨ ਸ਼ਕਤੀ ਵਧਣ ਦੀ ਥਾਂ ਘਟਣੀ ਸ਼ੁਰੂ ਹੋ ਜਾਂਦੀ ਹੈ, ਉਸ ਨੂੰ ਅਸੀਂ ਡੀਗ੍ਰੇਡੇਸ਼ਨ ਕਹਿੰਦੇ ਨੇ। ਜਿਵੇਂ ਸੈੱਲਾਂ ਦਾ ਜਿਹੜਾ ਡੀਗ੍ਰੇਡੇਸ਼ਨ, ਮਤਲਬ ਸੈੱਲਾਂ ਦੀ ਡੈਥ ਹੋਣੀ ਸ਼ੁਰੂ ਹੋ ਜਾਵੇ। ਸੋ ਇਸ ਤੋਂ ਬਾਅਦ ਜਿਹੜੀ ਅਗਲੀ ਸਟੇਜ ਆਉਂਦੀ ਹੈ ਹਾਈਪੋਕਸੀਆ ਦੀ। ਹਾਈਪੋਕਸੀਆ ਦੇ ਵਿੱਚ ਇਹ ਸਟੇਜ ਹੁਣ ਜਿਹੜੀ ਹੈ ਬਰੀਦਲੈਸਨੈਸ ਤੋਂ ਅਗਲੀ ਸਟੇਜ ਹੈ, ਇਹ ਬੜੀ ਭਿਆਨਕ ਸਟੇਜ ਹੈ। ਇਸ ਦੇ ਵਿੱਚ ਕੋਈ ਵੀ ਜਿਹੜਾ ਆਮ ਡਾਕਟਰ ਹੈਗਾ ਉਸ ਦਾ ਜਿਹੜਾ ਹੈਗਾ ਇਲਾਜ ਨਹੀਂ ਕਰ ਸਕਦਾ। ਇਸ ਨੂੰ ਬੜੀਆਂ ਜਿਹੜੀਆਂ ਮਾਡਰਨ ਟੈਕਨੀਕਸ, ਜਿਹੜੀਆਂ ਸਫਿਸਟੀਕੇਟਡ ਹਸਪਤਾਲ ਜਿਨ੍ਹਾਂ 'ਚ ਆਕਸੀਜਨ ਦਾ ਪ੍ਰਬੰਧ ਹੈ ਜਾਂ ਮਤਲਬ ਉੱਥੇ ਜਿਹੜੀ ਹੈ ਉਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ। ਅਤੇ ਜਿਹੜਾ ਹੈਗਾ ਪੇਸ਼ੈਂਟ ਹੈਗਾ ਉਸ ਨੂੰ ਬਹੁਤ ਜਲਦੀ ਜਿਹੜੀ ਹੈ ਆਕਸੀਜਨ ਦੀ ਜਿਹੜੀ ਲੋੜ ਹੈ ਅਤੇ ਉਸ ਨੂੰ ICU ਦੇ 'ਚ ਰੱਖਣਾ ਪੈਣਾ ਹੈ 24 ਘੰਟੇ, ਕਿਉਂਕਿ ਜੇ ਉਸ ਨੂੰ ਆਕਸੀਜਨ ਨਹੀਂ ਦੇਵਾਂਗੇ ਅਸੀਂ ਮੈਡੀਸਨਾਂ ਹੀ ਟਰਾਈ ਕਰੇ ਜਾਵਾਂਗੇ, ਹੋ ਸਕਦਾ ਜਿਹੜਾ ਪੇਸ਼ੈਂਟ ਹੈਗਾ ਉਹ ਜਿਹੜਾ ਹੈਗਾ ਉਸਦੀ ਜਿਹੜੀ ਮੌਤ ਹੋਰ ਤੇਜ਼ੀ ਵੱਲ ਵੱਧ ਜਾਵੇ,
ਕਿਉਂਕਿ ਆਕਸੀਜਨ ਇੱਕ ਲਾਈਫ ਸਪੋਰਟਿੰਗ ਜਿਹੜੀ ਹੈਗਾ ਸਾਡੇ ਕੋਲ ਇੱਕ ਚੀਜ਼ ਹੈ, ਜਿਵੇਂ ਬਲੱਡ ਹੈ, ਸਾਡੀ ਨਿਊਟ੍ਰੀਸ਼ਨ ਹੈ, ਜਿਹੜੀਆਂ ਤਿੰਨੇ ਚੀਜ਼ਾਂ ਨੇ ਲਾਈਫ ਸਸਟੇਨ ਹੀ ਇਹਨਾਂ ਦੇ ਆਸਰੇ ਕਰਦਾ ਹੈ। ਆਕਸੀਜਨ ਦਾ ਬੇਸ ਹੈ। ਅਸੀਂ ਜਿਹੜੇ ਸਾਡੇ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਸੈਕੰਡਾਂ 'ਚ ਉਹਨਾਂ ਦੀ ਡੈਥ ਹੋ ਜਾਂਦੀ ਸੀ। ਮਸਟ ਹੈ ਜਿਹੜੀ ਆਪਣੀ ਜਿਹੜਾ ਪੇਸ਼ੈਂਟ ਨੂੰ ICU ਦੇ ਵਿੱਚ ਰੱਖਣਾ। ਅਤੇ ਇਹ ਜਿਹੜੀ ਇਹ ਸਟੇਜ ਦੇ ਵਿੱਚ ਜਿਹੜੇ ਸਿੰਪਟਮ ਕਿਹੜੇ ਆਉਂਦੇ ਨੇ, ਸਾਹ ਤਾਂ ਚੜ੍ਹਨਾ ਹੀ ਚੜ੍ਹਨਾ, ਇਹਦੇ 'ਚ ਸਾਹ ਹੋਰ ਔਖਾ ਆਉਣਾ ਸ਼ੁਰੂ ਹੋ ਜਾਣਾ, ਪੇਸ਼ੈਂਟ ਨੂੰ ਬਹੁਤ ਬੇਚੈਨੀ ਹੋ ਜਾਣੀ, ਅਤੇ ਨਾਲ ਦੀ ਨਾਲ ਉਸਦੀ ਚਮੜੀ ਦਾ ਰੰਗ ਕਾਲਾ ਪੈਣਾ ਸ਼ੁਰੂ ਹੋ ਜਾਣਾ, ਜਿਹੜੀ ਚਮੜੀ ਹੈ ਬਾਡੀ। ਅਤੇ ਇੱਕ ਹੋਰ ਜਿਹੜਾ ਸਿੰਪਟਮ ਹੈ ਕਾਲੇ ਦੇ ਨਾਲ, ਖੂਨ ਦਾ ਜਿਹੜਾ ਰੰਗ ਹੈ ਉਹ ਬਦਲਣਾ ਸ਼ੁਰੂ ਹੋ ਜਾਣਾ। ਸਾਡੇ ਖੂਨ ਦਾ ਜਿਹੜਾ ਰੰਗ ਹੈ ਉਹ ਆਮ ਤੌਰ 'ਤੇ ਗੁਲਾਬ ਜਿਵੇਂ ਹੁੰਦਾ ਨਾ, ਰੋਜੀ ਰੈੱਡ ਕਹਿੰਦੇ ਆਪਾਂ ਜਿਹਨੂੰ, ਉਸ ਤਰ੍ਹਾਂ ਦਾ ਹੁੰਦਾ। ਲੇਕਿਨ ਜਦੋਂ ਇਹ ਸਟੇਜ ਪਹੁੰਚਦੀ ਹੈ ਹਾਈਪੋਕਸੀਆ ਦੇ ਵਿੱਚ, ਸਾਡਾ ਖੂਨ, ਕਿਉਂਕਿ ਉਹਨੂੰ ਆਕਸੀਜਨ ਤਾਂ ਮਿਲ ਨਹੀਂ ਰਹੀ, ਉਹ ਮਰ ਰਿਹਾ, ਜਿਹੜੇ ਉਹਦੇ ਸੈੱਲ ਨੇ ਜਿਹੜੇ ਖੂਨ ਦੇ ਉਹ ਮਤਲਬ ਪੁਕਾਰ ਰਹੇ ਨੇ ਵੀ ਸਾਨੂੰ ਆਕਸੀਜਨ ਚਾਹੀਦੀ ਹੈ, ਜਿੰਨੀ ਮਾਤਰਾ 'ਚ ਚਾਹੀਦੀ ਉਹਨੂੰ ਮਿਲ ਨਹੀਂ ਰਹੀ, ਅਤੇ ਬਾਹਰੋਂ ਜਿਹੜੀ ਹੈਗੀ ਸਾਨੂੰ ਦੇਣੀ ਪੈਂਦੀ ਹੈ। ਅਤੇ ਜਿਹੜੀ ਕਾਰਬਨ ਡਾਈਆਕਸਾਈਡ ਹੈ, ਜਿਹੜੀ ਵੇਸਟ ਪ੍ਰੋਡਕਟ ਹੈ, ਉਹ ਨਿਕਲ ਨਹੀਂ ਰਹੀ ਬਾਡੀ ਦੇ ਵਿੱਚੋਂ ਸੀ। ਉਹਨਾਂ ਦਾ ਜਿਹੜਾ ਹੈਗਾ ਮਿਲਮਾ ਜਿਹੜਾ ਪ੍ਰਭਾਵ ਕੀ ਹੁੰਦਾ ਹੈਗਾ, ਖੂਨ ਦਾ ਰੰਗ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਸੋ ਜਦੋਂ ਸਾਡੇ ਪੈਰਾਂ ਦੀਆਂ ਉਂਗਲੀਆਂ, ਸਾਡੇ ਜਿਹੜੀਆਂ ਹੱਥਾਂ ਦੀਆਂ ਉਂਗਲੀਆਂ ਕਾਲੀਆਂ ਪੈਣੀਆਂ ਸ਼ੁਰੂ ਹੋ ਜਾਣ, ਤਾਂ ਲਗਭਗ ਇਹ ਕਾਫੀ ਜਿਹੜੀ ਹੈ ਅਲਾਰਮਿੰਗ ਸਟੇਜ ਹੋ ਜਾਂਦੀ ਹੈ। ਸੋ ਇਹੀ ਜਿਹੜੀ ਹੈ ਸਟੇਜ ਆਮ ਤੌਰ 'ਤੇ ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ, ਜਿਹੜੇ ਐਂਡ ਸਟੇਜ ਦੇ ਹੁੰਦੇ ਨੇ, ਉਹਨਾਂ ਦੇ ਵਿੱਚ ਹੁੰਦੀ ਹੈ। ਤੁਸੀਂ ਦੇਖਿਆ ਉਹਨਾਂ ਨੂੰ ਗੈਂਗਰੀਨ ਕਹਿੰਦੇ ਨੇ। ਗੈਂਗਰੀਨ 'ਚ ਕੀ ਹੈ, ਖੂਨ ਦਾ ਕਾਲਾ ਹੋ ਜਾਣਾ ਹੈ, ਮਤਲਬ ਉਂਗਲੀਆਂ ਦੇ ਵਿੱਚ, ਆਪਣੀਆਂ ਜਿਹੜੀਆਂ ਪੈਰਾਂ ਦੀਆਂ ਉਂਗਲੀਆਂ ਦੇ ਵਿੱਚ ਜਿਹੜਾ ਖੂਨ ਦਾ ਜਿਹੜੀ ਸਪਲਾਈ ਹੈ ਬੰਦ ਹੋ ਜਾਂਦੀ ਹੈ, ਆਕਸੀਜਨ ਮਿਲਦੀ ਨਹੀਂ, ਉਹ ਜਿਹੜੀਆਂ ਉਂਗਲੀਆਂ ਸੁੱਕ ਜਾਂਦੀਆਂ, ਅਤੇ ਫਿਰ ਸਾਨੂੰ ਉਹਨਾਂ ਨੂੰ ਜਿਹੜਾ ਹੈਗਾ ਵੱਢਣਾ ਪੈਂਦਾ ਹੈ। ਪਰ ਉਸਦੇ ਤਾਂ ਅਸੀਂ ਜਿਹੜਾ ਇੱਕ ਅੰਗ ਜਿਹੜੀਆਂ ਉਂਗਲੀਆਂ ਵੱਢ ਲੈਂਦੇ ਹਾਂ, ਜਿਹੜੀ ਗੈਂਗਰੀਨ ਹੁੰਦੀ ਹੈ ਸ਼ੂਗਰ ਦੇ 'ਚ, ਪਰ ਹੁਣ ਅਸੀਂ ਇੱਥੇ ਕੀ ਕਰਾਂਗੇ ਕਰੋਨਾ ਦੇ ਵਿੱਚ, ਅਸੀਂ ਕਿਹੜੇ ਅੰਗ ਨੂੰ ਵੱਢਾਂਗੇ? ਸਾਡੀ ਸਾਰੀ ਬਾਡੀ ਦਾ ਖੂਨ ਹੀ ਜਿਹੜਾ ਕਾਲਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਉਸਨੂੰ ਆਕਸੀਜਨ ਤਾਂ ਮਿਲ ਨਹੀਂ ਰਹੀ, ਅਤੇ ਜਿਹੜੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਉਹਦੇ 'ਚ ਬਹੁਤ ਵੱਧ ਗਈ। ਸੋ ਇਸ ਜਿਹੜੀ ਹੈ ਸਟੇਜ ਦੇ ਉੱਤੇ ਅਸੀਂ ਜੇ ਬੂਸਟਰ ਕਰਨਾ ਹੈ, ਤਾਂ ਰਸਾਇਣਕ ਦੀ ਇੱਥੇ ਫਿਰ ਲੋੜ ਪੈਣੀ ਹੈ ਜੇ ਉਸਦੇ ਸਿੰਪਟਮ ਹੈ। ਹੁਣ ਇੱਥੇ ਰਸਾਇਣਕ ਦਾ ਇੱਕ ਸਭ ਤੋਂ ਵੱਡਾ ਸਿੰਪਟਮ ਕੀ ਆਉਣਾ, ਪੇਸ਼ੈਂਟ ਨੂੰ ਲੱਗਣਾ ਸ਼ੁਰੂ ਹੋ ਜਾਣਾ ਕਿ ਮੇਰੀ ਮੌਤ ਆਉਣ ਵਾਲੀ ਹੈ। ਉਸਨੇ ਡਰਨਾ ਸ਼ੁਰੂ ਹੋ ਜਾਣਾ। ਉਹ ਆਪਣੀ ਕਿਸੇ ਭੈਣ ਨੂੰ, ਕਿਸੇ ਬਾਪ ਨੂੰ ਉਹ ਦੱਸੇਗਾ ਨਹੀਂ, ਲੇਕਿਨ ਕਹੂਗਾ ਕਿ ਮੇਰਾ ਹੱਥ ਫੜ ਕੇ ਰੱਖੋ। ਉਸ ਦਾ ਮਤਲਬ ਕੀ ਹੈ ਕਿ ਉਹਦੇ ਵਿੱਚ ਹੁਣ ਉਸ ਨੂੰ ਜਿਹੜੀ ਆਪਣੀ ਮੌਤ ਦਿਖਣ ਲੱਗ ਗਈ। ਫੀਅਰ ਆਫ ਡੈਥ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਣਾ, ਐਂਗਜ਼ਾਇਟੀ ਹੋ ਜਾਣੀ, ਅਤੇ ਪੇਸ਼ੈਂਟ ਨੇ ਆਪਣੀ ਜਿਹੜੀ ਹੈ ਅਨਕੌਂਸ਼ੀਅਸ ਵੱਲ ਜਾਣਾ ਸ਼ੁਰੂ ਹੋ ਜਾਣਾ। ਸੋ ਇਸ ਅਵਸਥਾ ਦੇ ਵਿੱਚ ਜਿਹੜੀਆਂ ਤਿੰਨ ਬੂਸਟਰ ਜਿਹੜੀਆਂ ਮੈਡੀਸਨ ਨੇ, ਉਹਨਾਂ ਦੇ ਵਿੱਚ ਐਂਟਮਟਾਟ, ਲਾਈਕੋਪੋਡੀਅਮ, ਬਰੋਮੀਨ ਅਤੇ ਫਾਸਫੋਰਸ, ਇਹ ਜਿਹੜੀਆਂ ਖਾਸ ਤੌਰ 'ਤੇ ਲਾਈਕੋਪੋਡੀਅਮ, ਜਦੋਂ ਲਾਈਕੋਪੋਡੀਅਮ ਦੇ ਸਿੰਪਟਮ ਕੀ ਆਉਣਗੇ, ਇੱਕ ਤਾਂ ਜਿਹੜਾ ਨਮੂਨੀਆ ਜਿਹੜਾ ਉਹਦਾ ਫੀਲਡ ਹੀ ਹੈ, ਲਾਈਕੋਪੋਡੀਅਮ ਦਾ ਮੇਨ ਮੈਡੀਸਨ ਹੈ ਨਮੂਨੀਏ ਦੀ। ਅਤੇ ਦੂਸਰਾ ਕੀ ਹੋਏਗਾ, ਜਦੋਂ ਨਮੂਨੀਏ ਦੀ ਰੈਜ਼ੋਲੂਸ਼ਨ ਨਹੀਂ ਹੁੰਦੀ, ਨਮੂਨੀਆ ਠੀਕ ਨਹੀਂ ਹੁੰਦਾ, ਲਟਕਣਾ ਸ਼ੁਰੂ ਹੋ ਜਾਂਦਾ ਹੈ, ਇਹ ਨਮੂਨੀਏ ਦਾ ਲੱਛਣ ਹੈ। ਸੋ ਇਹ ਆਪਣਾ ਲਾਈਕੋਪੋਡੀਅਮ ਦਾ। ਤੀਸਰਾ ਇੱਕ ਹੋਰ ਜਿਹੜਾ ਲੱਛਣ ਹੈ, ਜਿਹੜੀਆਂ ਸਾਡੀਆਂ ਦੋ ਨਾਸਾਂ ਨੇ, ਇਹਨਾਂ ਦੀ ਮੂਵਮੈਂਟ ਸ਼ੁਰੂ ਹੋ ਜਾਣੀ। ਮਤਲਬ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ, ਇਹ ਉੱਪਰ ਜਿਹੜੀਆਂ ਇਹਨਾਂ ਨੂੰ ਕਹਿੰਦੇ ਹੈ ਮੂਵਮੈਂਟ ਆਫ ਦੀ ਅਲੇ ਨਾਸੀ, ਜਿਹੜੀਆਂ ਸਾਡੀਆਂ ਨਾਸਾਂ ਨੇ, ਇਹਨਾਂ ਨੇ ਫਰਕਣਾ ਸ਼ੁਰੂ ਕਰ ਦੇਣਾ। ਉਹ ਫਰਕ ਕੀ ਕਰ ਰਹੀਆਂ ਨੇ, ਉਹ ਆਕਸੀਜਨ ਮੰਗ ਰਿਹਾ ਅਸਲ 'ਤੇ, ਜਿਹੜੀਆਂ ਲੰਗਸ ਨੇ ਉਹਨੂੰ ਮਿਲ ਨਹੀਂ ਰਹੀ, ਅਤੇ ਉਹ ਇੰਨਾ ਦਬਾਅ ਪੈ ਰਿਹਾ ਫੇਫੜਾਂ ਦੇ ਉੱਤੇ, ਸਾਨੂੰ ਜਿਹੜੀ ਹੈ ਨਾ ਆਪਣੀਆਂ ਜਿਹੜੀਆਂ ਫਰਕਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮਤਲਬ ਖਾਸ ਤੌਰ 'ਤੇ ਮੈਂ ਦੇਖਿਆ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਨਮੂਨੀਆ ਹੋ ਜਾਂਦਾ, ਜੇ ਕਰੋਨਾ ਨਾ ਵੀ ਹੋਵੇ, ਤਾਂ ਜੇਕਰ ਉਹ ਨਮੂਨੀਆ ਇਸ ਸਟੇਜ 'ਤੇ ਪਹੁੰਚ ਜਾਵੇ ਜਿੱਥੇ ਕਿ ਬੱਚਿਆਂ ਦਾ ਬਚਣਾ ਬਹੁਤ ਮੁਸ਼ਕਲ ਹੁੰਦਾ, ਤਾਂ ਲਾਈਕੋਪੋਡੀਅਮ ਇੱਕ ਇਹੋ ਜਿਹੀ ਜਿਹੜੀ ਮੈਡੀਸਨ ਹੈ, ਉਸ ਨੂੰ ਜਿਹੜੀ ਹੈ ਮੌਤ ਦੇ ਜਵਾੜੇ ਵਿੱਚੋਂ ਕੱਢ ਲੈਂਦੀ ਹੈ ਕੇਵਲ ਕੁਝ ਘੰਟਿਆਂ ਦੇ ਵਿੱਚ। ਮਤਲਬ ਮੇਰਾ ਇਸ ਮੈਡੀਸਨ ਦੇ ਉੱਤੇ ਲਗਭਗ ਬਹੁਤ ਤਜਰਬਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਖਾਸ ਤੌਰ 'ਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਣੀਆਂ ਕਈ ਜਿਹੜੀਆਂ ਵੀਡੀਓ ਦੱਸ ਚੁੱਕਿਆ ਹਾਂ ਕਿ ਮੈਂ ਜਿਹੜੀ ਹੈ ਆਪਣੀ ਜ਼ਿੰਦਗੀ 'ਚ ਕਦੇ ਅੰਗਰੇਜ਼ੀ ਦਵਾਈ ਨਹੀਂ ਵਰਤੀ, ਕਰੂਡ ਮੈਡੀਸਨ ਨਹੀਂ ਵਰਤੀ, ਕੇਵਲ ਹੋਮਿਓਪੈਥੀ ਹੀ ਵਰਤਦਾ ਹਾਂ। ਅਤੇ ਮੈਂ ਦੇਖਿਆ ਕਿ ਕਈ ਵਾਰੀ ਜਿਹੜੇ ਮੇਰੇ ਬੱਚੇ ਸੀ, ਉਹਨਾਂ ਦਾ ਜਿਹੜਾ ਨਮੂਨੀਆ ਇਸ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ ਹੁੰਦਾ ਸੀ, 104 105 ਟੈਂਪਰੇਚਰ ਹੋਣਾ, ਅਤੇ ਉਹਨਾਂ ਦੀਆਂ ਨਾਸਾਂ ਬੜੀਆਂ ਫਰਕ ਰਹੀਆਂ ਹੋਣੀਆਂ, ਅਤੇ ਬੇਹੋਸ਼ੀ ਵੱਲ ਜਾਣਾ ਸ਼ੁਰੂ ਹੋ ਜਾਣਾ। ਅਤੇ ਉਸ ਸਟੇਜ ਦੇ ਵਿੱਚ ਮੈਂ ਦੇਖਿਆ ਜੇ ਲਾਈਕੋਪੋਡੀਅਮ ਦੀ ਜਿਹੜੀ ਹਾਈ ਡੋਜ਼ ਵਰਤੀ ਜਾਵੇ, ਮਤਲਬ ਇਟ ਡਜ਼ ਵੰਡਰਸ,
ਕੁਝ ਹੀ ਮਿੰਟਾਂ ਦੇ ਬਾਅਦ ਜਿਹੜਾ ਪੇਸ਼ੈਂਟ ਹੈ ਜਾਂ ਜਿਹੜਾ ਬੱਚਾ ਅੱਖਾਂ ਪੱਟਿਆ ਮਤਲਬ ਪੱਟ ਹੁੰਦਾ। ਸੋ ਇਹ ਜਿਹੜੀਆਂ ਮੈਡੀਸਨਸ ਨੇ ਸਾਨੂੰ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਜਿਹੜੀ ਇਹ ਸਟੇਜ ਹੈ ਬੂਸਟਰ ਦੇ ਤੌਰ ਤੇ, ਹਾਂ ਐਜ ਏ ਬੂਸਟਰ, ਮਤਲਬ ਉਹਦੀ ਜਿਹੜੀ ਇਮਿਊਨਿਟੀ ਜਿਹੜੀ ਪਲ ਪਲ ਮਰ ਰਹੀ ਹੈ ਉਸ ਨੂੰ ਜਿਹੜੀ ਹੈ ਆਪਣਾ ਥੰਮ ਦੇਣ ਦੇ ਲਈ ਇਸ ਮੈਡੀਸਨ ਨੂੰ, ਜੇ ਤੁਸੀਂ ਅੰਗਰੇਜ਼ੀ ਦਵਾਈਆਂ ਦਿੰਦੇ ਹੋ ਉਹਨਾਂ ਨੂੰ ਮਤਲਬ ਹਸਪਤਾਲਾਂ 'ਚ ਦੇਈ ਜਾਣ ਤੋਂ ਕੋਈ ਮਤਲਬ ਇੱਥੇ ਜਿਹੜੀ ਜਦੋਂ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ, ਇੱਕ ਲੋਕ ਇਹ ਪ੍ਰਸ਼ਨ ਪੁੱਛਦੇ ਨੇ ਕੀ ਇਹ ਦਵਾਈਆਂ ਜਿਹੜੀਆਂ ਹੋਮੋਪੈਥੀ ਨਾਲ ਦਿੱਤੀਆਂ ਜਾ ਸਕਦੀਆਂ ਨੇ? ਜਦੋਂ ਜ਼ਿੰਦਗੀ ਖਤਰੇ ਦੇ ਵਿੱਚ ਹੋਵੇ, ਮੌਤ ਇਮੀਨੈਂਟ ਹੋਵੇ, ਤਾਂ ਜਿਹੜੀ ਹੈ ਹੋਮਿਓਪੈਥੀ ਜਿਹੜੀ ਹੈ ਅੰਗਰੇਜ਼ੀ ਮੈਡੀਸਨਾਂ ਦੇ ਨਾਲ ਦਿੱਤੀ ਜਾ ਸਕਦੀ ਹੈ। ਦੋਹੇ ਬਿਲਕੁਲ ਇਹਨਾਂ ਦਾ ਆਪਸ ਵਿੱਚ ਕੋਈ ਐਂਟਾਗਨਿਸਟਿਕ ਰਿਲੇਸ਼ਨ ਨਹੀਂ ਹੈ, ਕਿਉਂਕਿ ਜਿਹੜੀ ਐਲੋਪੈਥਿਕ ਮੈਡੀਸਨ ਹੈ ਜਾਂ ਜਿਹੜੀ ਕਰੂਡ ਮੈਡੀਸਨ ਹੈ ਉਹਨੇ ਵਰਕ ਕਰਨਾ ਫਿਜ਼ੀਕਲ ਲੈਵਲ ਦੇ ਉੱਤੇ। ਜਿਹੜੀ ਸਾਡੀ ਜਿਹੜੀ ਮੈਡੀਸਨ ਹੈਗੀ ਜਿਹਨੂੰ ਅਸੀਂ ਐਨਰਜੀ ਮੈਡੀਸਨ, ਇਹਨੇ ਵਰਕ ਕਰਨਾ ਹੈਗਾ ਆਪਣਾ ਮੋਲੀਕਿਊਲਰ ਲੈਵਲ ਦੇ ਉੱਤੇ। ਜਿਹੜਾ ਬਾਡੀ 'ਚ ਸੈੱਲ ਮਰ ਰਿਹਾ, ਮਤਲਬ ਜਿਹੜੀ ਰੈਸਪੀਰੇਸ਼ਨ ਹੈ, ਜਿਹੜਾ ਸਾਡਾ ਬਾਡੀ ਦਾ ਹਰ ਇੱਕ ਜਿਹੜਾ ਸੈੱਲ ਸਾਹ ਰਿਹਾ ਹੈ, ਮਤਲਬ ਅਸੀਂ ਕਹਿੰਦੇ ਨੇ ਵੀ ਇਹਨੂੰ ਸਾਹ ਨਹੀਂ ਆ ਰਿਹਾ। ਸੋ ਸਾਡੀ ਬਾਡੀ ਕਰੋੜਾਂ ਹੀ ਸੈੱਲਾਂ ਅਰਬਾਂ ਦੀ ਬਣੀ ਹੋਈ ਹੈ, ਸਾਡਾ ਹਰ ਸੈੱਲ ਮਰ ਰਿਹਾ ਹੁੰਦਾ ਬਾਡੀ ਦੇ ਵਿੱਚ। ਸੋ ਇਹ ਜਿਹੜੀ એનર્ਜੀ ਮੈਡੀਸਨ ਹੈ ਉਸ ਸੈੱਲ ਨੂੰ ਜਿਹੜੀ ਹੈ ਫਿਰ ਉਹ ਜਿਹੜੀ ਹੈ ਇੱਕ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਉਸ ਨੂੰ ਜੀਵਨ ਮਿਲਦਾ ਸਾਡੇ ਸੈੱਲ ਨੂੰ। ਜਦੋਂ ਸਾਡੇ ਸੈੱਲਾਂ ਨੂੰ ਜੀਵਨ ਮਿਲ ਗਿਆ, ਸਾਨੂੰ ਸੈੱਲ ਜਿਹੜਾ ਜੀਵਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਸੋ ਹੁਣ ਇਸ 'ਤੇ ਅਗਲੀ ਜੀ ਅਤੇ ਡਾਕਟਰ ਸਾਹਿਬ ਇੱਕ ਹੋਰ ਵੱਡੇ ਕੇਸ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਕਿ ਮੌਤ ਹੋ ਜਾਂਦੀ ਹੈ, ਉਹਦਾ ਕਰੋਨਾ ਵਾਇਰਸ ਦਾ ਟੈਸਟ ਕਰਵਾਇਆ ਜਾਂਦਾ, ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਜੀ ਇਸ ਨੂੰ ਤਾਂ ਕਰੋਨਾ ਵਾਇਰਸ ਸੀ। ਹਾਂ, ਇਹ ਜਿਹੜਾ ਫਿਨੋਮੀਨਾ ਹੈ, ਇਹ ਜਿਹੜਾ ਮੈਂ ਜਿਵੇਂ ਪਹਿਲਾਂ ਵੀ ਕਿਹਾ, ਇਹ ਜਿਹੜਾ ਵਾਇਰਸ ਹੈ ਇਹਦਾ ਜਿਹੜਾ ਬਿਹੇਵੀਅਰ ਹੈ ਬੜਾ ਮਤਲਬ ਜਿਹੜਾ ਹੈ ਕੰਟਰਾਡਿਕਟਰੀ। ਇਹਨੂੰ ਪ੍ਰੈਡਿਕਟ ਕਰਨਾ ਬਹੁਤ ਔਖਾ ਹੈ। ਕੋਈ ਵੀ ਡਾਕਟਰ ਅੱਜ ਦੇ ਸਮੇਂ ਦੇ ਵਿੱਚ, ਕੋਈ ਸਾਇੰਟਿਸਟ ਇਹ ਪ੍ਰੈਡਿਕਟ ਨਹੀਂ ਕਰ ਸਕਦਾ। ਇਹ ਜਿਹੜਾ ਵਾਇਰਸ ਹੈ ਸਿੰਪਲ ਤੋਂ ਸਿੰਪਲੈਸਟ ਹੈ, ਕੰਪਲੈਕਸ ਤੋਂ ਕੰਪਲੈਕਸ ਹੈ। ਮਤਲਬ ਇਹ ਵੀ ਦੇਖਿਆ ਗਿਆ ਕਿ 4 ਜਿਹੜੇ ਟੈਸਟ ਨੇ ਆਪਣੇ ਜਿਹੜੇ ਨੇ ਆਪਣਾ ਰੀਅਲ ਟਾਈਮ ਜਿਹੜੇ PCR ਟੈਸਟ ਮਤਲਬ ਅਸੀਂ ਕਰ ਰਹੇ ਹਾਂ, 4 ਟੈਸਟ ਨੈਗੇਟਿਵ ਆਉਂਦੇ ਨੇ ਅਤੇ ਅਚਾਨਕ ਕੀ ਹੁੰਦਾ ਹੈਗਾ 5ਵਾਂ ਟੈਸਟ ਜਿਹੜਾ ਪੋਜ਼ੀਟਿਵ ਆ ਜਾਂਦਾ, ਅਤੇ ਪੋਜ਼ੀਟਿਵ ਆਉਣ ਦੇ ਕੁਝ ਘੰਟਿਆਂ ਬਾਅਦ ਜਿਹੜੀ ਪੇਸ਼ੈਂਟ ਜਿਹੜੀ ਉਹਦੀ ਡੈਥ ਹੋ ਜਾਂਦੀ ਹੈ। ਕਿਉਂਕਿ ਇਹ ਜਿਹੜਾ ਵਾਇਰਸ ਹੈ ਬੜਾ ਅਨਪ੍ਰੈਡਿਕਟੇਬਲ ਹੈ, ਇਹਦਾ ਜਿਹੜਾ ਬਿਹੇਵੀਅਰ ਹੈ ਜਦੋਂ ਇਹ ਬਾਡੀ ਦੇ ਵਿੱਚ ਜਾਂਦਾ ਹੈ। ਸੋ ਇਹ ਕਾਰਨ ਹੈ ਕਿ ਜਿਹੜੇ ਪੇਸ਼ੈਂਟ ਨੇ ਉਹਨਾਂ ਦੀ ਜਲਦੀ ਜਿਹੜੀ ਹੈ ਡੈਥ ਕਿਉਂ ਹੋ ਜਾਂਦੀ ਹੈ। ਪਰ ਇਹੀ ਜਿਹੜੀ ਅਨਪ੍ਰੈਡਿਕਟੇਬਿਲਿਟੀ ਹੈ ਸਾਡੀ ਮੈਡੀਸਨਾਂ ਦੇ ਵਿੱਚ ਵੀ ਹੈ। ਖਾਸ ਤੌਰ ਤੇ ਜਿਹੜੀ ਹੁਣ ਮਤਲਬ ਆਖਰੀ ਸਟੇਜ ਹੈ ਜਿਹਨੂੰ ਅਸੀਂ ਕਹਿੰਦੇ ਸਿਨਕੋਪ ਦਾ ਸਟੂਪਰ ਦੀ ਜਿਹੜੀ ਹੈ ਸਟੇਜ ਜਾਂ ਇਨਸੈਫਲੋਪੈਥੀ ਦੀ ਸਟੇਜ, ਇਹਦੇ 'ਚ ਕੀ ਹੁੰਦਾ ਹੈਗਾ, ਜਿਹੜਾ ਪੇਸ਼ੈਂਟ ਹੈ ਉਹ ਬੇਸ਼ੱਕ ਪਰਮਾਨੈਂਟ ਤੌਰ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਜਾਂਦਾ, ਲੇਕਿਨ ਉਸਦੇ ਜਿਹੜੇ ਸੈੱਲ ਨੇ ਉਹ ਮਰਨੇ ਸ਼ੁਰੂ ਹੋ ਗਏ, ਉਹਨਾਂ ਦਾ ਡਿਕੇ ਸ਼ੁਰੂ ਹੋ ਗਿਆ, ਡੀਗ੍ਰੇਡੇਸ਼ਨ ਸ਼ੁਰੂ ਹੋ ਗਈ। ਪਰ ਅਜੇ ਜਿਹੜਾ ਮਰੀਜ਼ ਆ ਉਸ ਦਾ ਜਿਹੜੀ ਰੈਸਪੀਰੇਸ਼ਨ ਸਿਸਟਮ ਹੈ, ਸਰਕੂਲੇਟਰੀ ਸਿਸਟਮ ਚੱਲ ਰਹੇ ਨੇ, ਅਜੇ ਉਹਦੇ 'ਚ ਵਾਈਟੈਲਿਟੀ ਹੈ, ਉਹ ਮਰਿਆ ਨਹੀਂ ਹੈ ਅਜੇ। ਉਸ ਨੂੰ ਇਸ ਸਟੇਜ ਦੇ ਵਿੱਚ ਵੀ ਰਿਵਾਈਵ ਕੀਤਾ ਜਾ ਸਕਦਾ ਹੈ। ਸੋ ਇੱਥੇ ਜਿਹੜੀਆਂ ਬੂਸਟਰ ਕਰਨ ਦੇ ਲਈ ਜਿਹੜੀਆਂ ਮਤਲਬ ਹੋਮੋਪੈਥੀ ਦੀਆਂ ਜਿਹੜੀਆਂ ਮੈਡੀਸਨਸ ਨੇ ਉਹ ਬਹੁਤ ਕਾਰਗਰ ਸਿੱਧ ਹੁੰਦੀਆਂ ਨੇ, ਜਿਹੜੀਆਂ 3 ਮੈਡੀਸਨਾਂ। ਅਤੇ ਡਾਕਟਰ ਸਾਹਿਬ ਫਿਰ ਜਿਸ ਤਰੀਕੇ ਨਾਲ ਆਯੂਸ਼ ਵਿਭਾਗ ਨੇ ਰਿਕਮੈਂਡੇਸ਼ਨ ਕੀਤੀਆਂ ਨੇ ਕਿ ਆਰਸੈਨਿਕ ਜਿਹੜੀ ਦਵਾਈ ਹੈਗੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ, ਅਤੇ ਫਿਰ ਇੱਦਾਂ ਤਾਂ ਨਹੀਂ ਹੋਊਗਾ ਕਿ ਜਿਹੜੇ ਲੋਕ ਉਹਨਾਂ ਨੂੰ ਬਗੈਰ ਡਾਕਟਰ ਦੀ ਗਾਈਡੈਂਸ ਤੋਂ ਹੀ ਲੈਣਾ ਸ਼ੁਰੂ ਕਰ ਦੇਣ? ਉਹਦਾ ਕੋਈ ਸਾਈਡ ਇਫੈਕਟ ਵੀ ਹੈ ਅਗਰ ਅਸੀਂ ਬਗੈਰ ਕਿਸੇ ਗਾਈਡੈਂਸ ਤੋਂ ਜਾਂ ਬਗੈਰ ਕਿਸੇ ਸਿੰਪਟਮ ਤੋਂ ਜਾਂ ਬਗੈਰ ਕਿਸੇ ਗੱਲਬਾਤ ਤੋਂ ਅਸੀਂ ਲੈਣਾ ਸ਼ੁਰੂ ਕਰ ਦਿੰਦੇ ਹਾਂ? ਦੇਖੋ ਜੀ ਫਰੂਕੀ ਸਾਹਿਬ, ਇਹ ਬੜਾ ਤੁਹਾਡਾ ਵੈਲਿਡ ਕੁਐਸਚਨ ਹੈ। ਇਹ ਲਿਟਲ ਨੌਲੇਜ ਇਜ਼ ਏ ਡੇਂਜਰਸ ਥਿੰਗ। ਅੱਜ ਕੱਲ੍ਹ ਮਤਲਬ ਜਿਹੜੀ ਹੈ ਰਸਾਇਣਕ ਜਿਹੜੀ ਮੈਡੀਸਨ ਹੈ ਜਾਂ ਜਿਹੜੀ ਕੈਂਸਰ ਮੈਡੀਸਨ ਹੈ, ਇਹ ਸਿੱਧ ਹੋ ਚੁੱਕਿਆ ਹੈ ਕਿ ਜਿਹੜਾ ਹੈਗਾ ਜੇ ਕਰੋਨਾ ਦਾ ਅਸੀਂ ਜਿਹੜੀ ਹੈ ਬਾਡੀ ਦੀ ਜਿਹੜੀ ਬੂਸਟਿੰਗ ਕਰਨੀ ਹੈ ਤਾਂ ਇਹਨਾਂ 2 ਮੈਡੀਸਨਾਂ ਤੋਂ ਬਿਨਾਂ ਲਗਭਗ ਅਸੰਭਵ ਹੈ, ਨਹੀਂ ਹੋ ਸਕਦੀ ਬਾਡੀ ਦੀ ਬੂਸਟਿੰਗ। ਅਤੇ ਪਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਜਿਵੇਂ ਹੁਣ ਮਤਲਬ ਆਯੁਸ਼ ਜਿਹੜੀ ਸਾਡੀ ਮਿਨਿਸਟਰੀ ਹੈ ਉਸਨੇ ਵੀ ਰਿਕਮੈਂਡ ਕਰਤਾ, ਇਸਨੇ ਸਰਕੂਲਰ ਵੀ ਜਾਰੀ ਹੋ ਗਿਆ, ਨੈੱਟ 'ਤੇ ਵੀ ਜਿਹੜੀਆਂ ਮੈਡੀਸਨਾਂ ਆ ਗਈਆਂ, ਲੋਕਾਂ ਦੇ ਵਿੱਚ ਚਰਚਾ ਵੀ ਹੋ ਗਈ ਖੂਬ। ਅਤੇ ਲੋਕਾਂ ਨੇ ਕੀ ਕੀਤਾ, ਆਪਣੇ ਤੌਰ 'ਤੇ ਹੀ ਮੈਡੀਕਲ ਸਟੋਰਾਂ 'ਤੇ ਜਾ ਕੇ ਇਹਨਾਂ ਦੀਆਂ ਸ਼ੀਸ਼ੀਆਂ ਲੈਣੀਆਂ ਸ਼ੁਰੂ ਕਰਤੀਆਂ। ਇਹ ਜਿਹੜਾ ਰੁਝਾਨ ਹੈ ਇਹ ਬੜਾ ਖਤਰਨਾਕ ਹੈ। ਇਹ ਜਿਹੜੀਆਂ ਮੈਡੀਸਨਾਂ ਨੇ ਖਾਸ ਤੌਰ 'ਤੇ ਦੋਨੋਂ, ਮਤਲਬ ਕਈ ਮੈਡੀਸਨਾਂ ਇਹੋ ਜਿਹੀਆਂ ਹੁੰਦੀਆਂ ਨੇ
ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਵਰਤੀ ਜਾਓ, ਨਾ ਉਹਨਾਂ ਨੇ ਕਦੇ ਨੁਕਸਾਨ ਕਰਨਾ ਨਾ ਫਾਇਦਾ ਕਰਨਾ। ਇਹ ਜਿਹੜੀਆਂ ਦੋ ਮੈਡੀਸਨਾਂ ਨੇ ਖਾਸ ਤੌਰ 'ਤੇ ਕੈਂਫਰ, ਇੱਕ ਜਿਹੜੀ ਹੈ ਆਰਸੈਨਿਕ, ਤੀਸਰੀ ਹਾਈਡਰੋਸਾਇਨਿਕ ਐਸਿਡ। ਹੁਣ ਤੁਸੀਂ ਜਿਹੜਾ ਹਾਈਡਰੋਸਾਇਨਿਕ ਐਸਿਡ ਹੈ, ਇਹਦੇ ਨਾਂ ਤੋਂ ਹੀ ਸਾਨੂੰ ਅੰਦਾਜ਼ਾ ਲੱਗ ਗਿਆ ਇਹ ਸਾਇਨਾਈਡ ਤੋਂ ਬਣ ਰਹੀ ਹੈ। ਸਾਇਨਾਈਡ ਦਾ ਟੇਸਟ ਨਹੀਂ ਦੱਸ ਸਕਿਆ ਅੱਜ ਕੋਈ ਵੀ ਉਹਦਾ ਕਿਹੋ ਜਿਹਾ ਹੁੰਦਾ। ਸੋ ਇਹ ਉਹ ਜਿੰਨੀ ਮਾਰੂ ਮੈਡੀਸਨ ਹੈ ਉਨੀ ਓਪਰੇਟਿਵ ਮੈਡੀਸਨ ਹੈ। ਜੇ ਉਹ ਪੇਸ਼ੈਂਟ ਨੂੰ ਮਾਰ ਸਕਦੀ ਹੈ, ਉਹ ਜਿਹੜਾ ਉਸ ਪੇਸ਼ੈਂਟ ਦੇ ਵਿੱਚ ਉਹ ਸਿੰਪਟਮ ਹੋਣ ਉਸ ਨੂੰ ਬਚਾ ਵੀ ਸਕਦੀ ਹੈ। ਸੋ ਜਿਹੜਾ ਪਲਮੋਨਰੀ ਜਿਹੜਾ ਫੇਲਿਓਰ ਹੈ, ਫੇਫੜਿਆਂ ਦਾ ਜਿਹੜਾ ਫੇਲਿਓਰ ਹੈ, ਜਦੋਂ ਪੇਸ਼ੈਂਟ ਦਾ ਜਿਹੜਾ ਹੈਗਾ ਰੰਗ ਜਿਹੜਾ ਹੈਗਾ ਕਾਲਾ ਹੋਣਾ ਸ਼ੁਰੂ ਹੋ ਗਿਆ, ਬਹੁਤ ਕਾਲਾ ਹੋ ਗਿਆ, ਲਹੂ ਦਾ ਰੰਗ ਜਿਹੜਾ ਬਦਲਣਾ ਸ਼ੁਰੂ ਹੋ ਗਿਆ, ਮਤਲਬ ਕਾਲਾ ਪੈ ਗਿਆ, ਪੇਸ਼ੈਂਟ ਸਾਹ ਨਹੀਂ ਆ ਰਿਹਾ, ਮਤਲਬ ਜਿਹੜਾ ਪੇਸ਼ੈਂਟ ਹੈ ਪੈਂਟਿੰਗ ਫਾਰ ਬ੍ਰੈਥ, ਉਹ ਸਾਹ ਲਈ ਤਰਸ ਰਿਹਾ ਹੈ, ਪਤਾ ਨਹੀਂ ਦੂਸਰਾ ਸਾਹ ਆਉਣਾ ਹੈ ਕਿ ਨਹੀਂ ਆਉਣਾ। ਹੁਣ ਜਿਹੜਾ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ, ਜੇ ਉਸ ਵੈਂਟੀਲੇਟਰ ਦੇ ਪਏ ਹੋਏ ਪੇਸ਼ੈਂਟ ਨੂੰ ਇਹ ਜਿਹੜੇ ਆਮ ਤੌਰ 'ਤੇ ਜਿਹੜੀਆਂ ਸਿੰਪਟਮਾਂ ਦੇ ਅਨੁਸਾਰ, ਮਤਲਬ ਇਹਨਾਂ ਦੇ ਜਿਹੜੇ ਮੋਟੇ ਸਿੰਪਟਮ ਨੇ, ਜਿਹੜੀਆਂ ਤਿੰਨੇ ਮੈਡੀਸਨ ਨੇ ਲਗਭਗ ਜਿਹੜੇ ਨੇ ਨਾ, ਇਹਨਾਂ ਦਾ ਸਭ ਤੋਂ ਵੱਡਾ ਸਿੰਪਟਮ ਕੀ ਹੈਗਾ ਜੀ? ਸਭ ਤੋਂ ਵੱਡਾ ਸਿੰਪਟਮ ਹੈ ਬਾਡੀ ਦਾ ਆਈਸੀ ਕੋਲਡ ਹੋ ਜਾਣਾ। ਆਮ ਤੌਰ 'ਤੇ ਅਨਪੜ੍ਹਾਂ ਨੂੰ ਵੀ ਪਤਾ ਹੈ, ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਆਦਮੀ ਠੰਡਾ ਹੋਣ ਲੱਗ ਜਾਵੇ ਨਾ ਅਤੇ ਪੀਲਾ ਹੋਣ ਲੱਗ ਜਾਵੇ, ਉਹ ਮੌਤ ਦੇ ਨੇੜੇ ਹੀ ਹੁੰਦਾ ਹੈ। ਪਰ ਇੱਥੇ ਜਿਹੜਾ ਹੈਗਾ ਪੇਸ਼ੈਂਟ ਜਿਹੜਾ ਹੈ ਪੀਲਾ ਨਹੀਂ, ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਠੰਡਾ ਆਈਸੀ ਕੋਲਡ, ਮਤਲਬ ਉਸ ਦੀ ਜਿਹੜੀ ਪਲਸ ਹੈ ਉਹ ਲੱਭਦੀ ਨਹੀਂ ਹੈ, ਲਗਭਗ ਉਹ ਨਾ ਦੇ ਬੜਾ ਇੰਪਰਸੈਪਟੀਬਲ ਹੁੰਦੀ ਹੈ। ਜੇ ਤੁਸੀਂ ਹੱਥ ਨਾਲ ਦੇਖੋ ਅਤੇ ਜਿਹੜਾ ਉਸਦਾ BP ਹੈ ਉਹ ਵੀ 0 ਦੇ ਬਰਾਬਰ ਹੋ ਜਾਂਦਾ ਹੈਗਾ, ਆਉਂਦਾ ਹੀ ਨਹੀਂ ਹੈ, ਮਤਲਬ ਪਲਸਲੈਸ ਹੋ ਜਾਂਦਾ ਪੇਸ਼ੈਂਟ ਜਿਹੜਾ ਹੈਗਾ। BP ਜਿਹੜਾ ਆਉਂਦਾ ਹੀ ਨਹੀਂ। ਜਦੋਂ ਹੁਣ BP ਉਹ ਨਹੀਂ ਰਿਹਾ ਜਿਹਨੇ ਪ੍ਰੈਸ਼ਰ ਦੇਣਾ ਬਾਡੀ ਨੂੰ, ਇਹਦਾ ਮਤਲਬ ਕੀ ਹੈ ਕਿ ਤੁਹਾਡਾ ਖੂਨ ਸਟੈਂਡ ਸਟਿਲ ਹੋ ਗਿਆ ਬਾਡੀ ਦੇ ਵਿੱਚ, ਅਜੇ ਤੱਕ ਮੜੀ ਬਸ ਪੇਸ਼ੈਂਟ ਸਾਹ ਲੈ ਰਿਹਾ, ਉਹਦੇ ਵਿੱਚ ਉਹ ਕਿਸੇ ਵੀ ਘੜੀ ਮਰ ਸਕਦਾ ਹੈ। ਲੇਕਿਨ ਜਿਹੜੀਆਂ ਇਹ ਮੈਡੀਸਨਜ਼ ਨੇ, ਮੈਂ ਇਹਨਾਂ ਤਿੰਨਾਂ ਜਿਹੜੀਆਂ ਮੈਡੀਸਨਜ਼ ਨੇ, ਇਹ ਹੈਮੋਪੈਥਿਕ ਜਿਹੜੀਆਂ ਨੇ ਵੈਂਟੀਲੇਟਰ ਨੇ। ਜੇਕਰ ਪਰਮਾਤਮਾ ਨੇ ਕਿਸੇ ਦੀ ਮਤਲਬ ਜਿਹਨੂੰ ਆਪਾਂ ਕਹਿੰਦੇ ਨੇ ਸਾਡਾ ਸਾਰਿਆਂ ਦਾ ਵਿਸ਼ਵਾਸ ਹੈ, ਕਹਿੰਦੇ ਨੇ ਕਿਸੇ ਨੂੰ ਜਦੋਂ ਮਤਲਬ ਰਾਸ ਆਉਣੀ ਹੈ, ਕਹਿੰਦੇ ਨੇ ਇਹ ਮੈਡੀਸਨਾਂ ਜੇ ਕਿਸੇ ਨੂੰ ਰਾਸ ਆ ਜਾਣਾ, ਇਹ ਮੌਤ ਦੇ ਮੂੰਹ 'ਚੋਂ ਕੱਢ ਲੈਂਦੀਆਂ ਨੇ ਬੰਦੇ ਨੂੰ। ਜਿਹੜੀਆਂ ਤਿੰਨੇ ਮੈਡੀਸਨ ਨੇ ਇਹ ਬਹੁਤ ਹੀ ਸਾਨੂੰ ਜਿਹੜੀ ਹੈ ਤਿੰਨੇ ਜਿਹੜੀਆਂ ਖਤਰਨਾਕ ਵੀ ਬਹੁਤ ਨੇ, ਪਰ ਲਾਈਫ ਸੇਵਿੰਗ ਡਰੱਗਜ਼ ਨੇ। ਲਾਈਫ ਸੇਵਿੰਗ ਜਿਹੜੀਆਂ ਮੈਡੀਸਨਾਂ ਨੇ, ਇਹਨਾਂ ਨੂੰ ਮਤਲਬ ਲੋਕਾਂ ਨੂੰ ਜਾਂ ਐਵੇਂ ਥੋੜ੍ਹਾ ਬਹੁਤਾ ਗਿਆਨ ਪ੍ਰਾਪਤ ਕਰਕੇ ਬਿਲਕੁਲ ਨਹੀਂ ਲੈਣਾ ਚਾਹੀਦਾ। ਇਹਨਾਂ ਦਾ ਸਿੰਪਟਮ ਸਭ ਤੋਂ ਵੱਡਾ ਇਹ ਹੈ ਸ਼ੌਕ ਹੈ। ਸ਼ੌਕ ਦਾ ਕੀ ਹੈ? ਪੇਸ਼ੈਂਟ ਚੰਗਾ ਭਲਾ ਚੱਲਦਾ ਫਿਰਦਾ ਸੀ, ਇੱਕਦਮ ਅਚਾਨਕ ਗਿਰ ਗਿਆ, ਮਤਲਬ ਜਾਂ ਤਾਂ ਉਹਨੂੰ ਬ੍ਰੇਨ ਹੈਮਰੇਜ ਹੋਇਆ ਹੈਗਾ ਜਿਹੜਾ ਅਚਾਨਕ ਗਿਰ ਗਿਆ, ਜਾਂ ਉਸਦਾ ਰੈਸਪੀਰੇਟਰੀ ਸਿਸਟਮ ਫੇਲ ਹੋਇਆ ਹੈ, ਜਾਂ ਐਕਸਕ੍ਰੀਟਰੀ ਸਿਸਟਮ ਫੇਲ ਹੋਇਆ। ਸੋ ਇਹ ਜਿਹੜੀਆਂ ਮੈਡੀਸਨ ਨੇ, ਜਦੋਂ ਲਾਈਫ ਨੂੰ ਫੌਰੀ ਡੇਂਜਰ ਹੋਵੇ, ਇਹ ਪਹਿਲੀ ਸਟੇਜ ਦੇ ਵਿੱਚ ਜਿੱਥੇ ਕੋਈ ਡੇਂਜਰ ਨੂੰ, ਉਸ ਤੋਂ ਲੈ ਕੇ ਲਗਭਗ ਮਨੁੱਖੀ ਸਰੀਰ ਦਾ ਕੋਈ ਸੈੱਲ ਇਹੋ ਜਿਹਾ ਨਹੀਂ, ਕੋਈ ਟਿਸ਼ੂ ਇਹੋ ਜਿਹਾ ਨਹੀਂ, ਕੋਈ ਔਰਗਨ ਇਹੋ ਜਿਹਾ ਨਹੀਂ, ਕੋਈ ਸਿਸਟਮ ਇਹੋ ਜਿਹਾ ਨਹੀਂ ਜਿਹਨੂੰ ਰਸਾਇਣਕ ਮੈਡੀਸਨ ਪ੍ਰਭਾਵਿਤ ਨਹੀਂ ਕਰਦੀ। ਪਰ ਸ਼ਰਤ ਇਹ ਹੈ ਕਿ ਜਿਹੜਾ ਐਨਰਜੀਕਾਰ ਹੈ ਜਾਂ ਜਿਹੜਾ ਇਸ ਮੈਡੀਸਨ ਨੂੰ ਵਰਤ ਰਿਹਾ ਹੈ, ਉਹ ਬਹੁਤ ਹੀ ਤਜਰਬੇਕਾਰ ਬੰਦਾ ਹੋਣਾ ਚਾਹੀਦਾ ਹੈ। ਇਹ ਜਿਵੇਂ ਹੁਣ ਆਪਾਂ ਨਿਊਕਲੀਅਰ ਜਿਹੜੇ ਨੇ ਹਥਿਆਰ ਨੇ, ਹੁਣ ਜਿਹੜਾ ਜੇ ਅਣਜਾਣ ਬੰਦਾ ਉਸਦਾ ਬਟਨ ਦੱਬ ਦੇਵੇ ਸਾਰੀ ਦੁਨੀਆ ਦਾ ਸੱਤਿਆਨਾਸ਼ ਕਰ ਸਕਦਾ ਹੈ। ਸੋ ਇਸੇ ਤਰ੍ਹਾਂ ਇਹ ਮੈਡੀਸਨਸ ਨੇ ਜਿਸ ਅਵਸਥਾ ਦੇ ਜੇ ਬੰਦੇ ਨੂੰ ਬਚਾਉਂਦੀਆਂ ਨੇ। ਜੇਕਰ ਅੰਨ੍ਹੇਵਾਹ ਇੱਕ ਹੈਲਦੀ ਆਦਮੀ ਇਹਨਾਂ ਦੀ ਵਰਤੋਂ ਲਈ ਜਾਏਗਾ ਕਿ ਕਰੋਨਾ ਦੀ ਬਹੁਤ ਅੱਛੀ ਮੈਡੀਸਨ ਹੈ, ਤਾਂ ਇਹ ਕੋਈ ਜਿਹੜੀ ਹੈ ਅਤਕਥਨੀ ਨਹੀਂ। ਜੇ ਕੋਈ ਇੱਕ ਮਹੀਨਾ ਉਹਦੀਆਂ 2-2 3-3 ਬੂੰਦਾਂ ਰੋਜ਼ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦਿਓ, ਉਹਦੇ ਵਿੱਚ ਕਰੋਨਾ ਵਰਗੇ ਸਿੰਪਟਮ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਅਤੇ ਜੇ ਕਿਸੇ ਨੇ ਤਜਰਬਾ ਕਰਨਾ ਹੈ ਕਰਕੇ ਦੇਖ ਲਿਓ, ਕੋਈ ਵੀ ਇਸ ਚੀਜ਼ ਦਾ ਤਜਰਬਾ ਕਰ ਸਕਦਾ ਹੈ, ਕਿਉਂਕਿ ਜਿਹੜੀਆਂ ਹੋਮੋਪੈਥੀ ਦੀਆਂ ਜਿਹੜੀਆਂ ਮੈਡੀਸਨਸ ਨੇ, ਇਹ ਕੋਈ ਜਾਨਵਰਾਂ ਦੇ ਉੱਤੇ, ਚੂਹਿਆਂ 'ਤੇ, ਬਿੱਲੀਆਂ, ਕੁੱਤਿਆਂ 'ਤੇ ਤਜਰਬੇ ਨਹੀਂ ਕੀਤੇ ਹੋਏ, ਇਹ ਮਨੁੱਖਾਂ 'ਤੇ ਤਜਰਬੇ ਕੀਤੇ ਹੋਏ ਨੇ। ਜਿਹੜੇ ਹੈਲਦੀ ਮਨੁੱਖ ਨੇ ਜਦੋਂ ਰਸਾਇਣਕ ਦੀ ਮੈਡੀਸਨ ਲੈਣਾ ਸ਼ੁਰੂ ਕਰ ਦੇਣ ਤਾਂ ਕੀ ਹੋਏਗਾ? ਉਹਨਾਂ ਦੀ ਜਿਹੜੀ ਵਿਟੈਲਿਟੀ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਣੀ, ਬਹੁਤ ਥਕਾਨ ਸ਼ੁਰੂ ਹੋ ਜਾਣੀ, ਮੰਜੇ ਤੋਂ ਉਹਨੇ ਮਤਲਬ ਲੇਟਣਾ ਹੀ ਸ਼ੁਰੂ ਕਰ ਦੇਣਾ, ਉੱਠੇ ਨਹੀਂ ਹੋਣਾ। ਉਹਤੇ ਨਾਲ ਉਹਨੂੰ ਥੋੜ੍ਹੀ ਪਿਆਸ ਲੱਗਣੀ ਸ਼ੁਰੂ ਹੋ ਜਾਣੀ, ਉਸ ਨੂੰ ਫੀਅਰ ਬਹੁਤ ਵੱਧ ਜਾਣਾ ਉਹਦੇ ਮਨ ਦੇ ਵਿੱਚ, ਅਤੇ ਉਸ ਦੀ ਐਂਗਜ਼ਾਇਟੀ ਬੜੀ ਵੱਧ ਜਾਣੀ। ਇਸ ਦੀ ਜਿਹੜੀ ਪਰਸਨੈਲਿਟੀ ਹੈ ਨਾ,
ਰਸਾਇਣਕ ਮੈਡੀਸਨ ਦੀ। ਉਹ ਜਿਹੜੀ ਕਰੋਨਾ ਜਿਹੜਾ ਵਾਇਰਸ ਹੈ ਜਾਂ ਜਿਹਨੂੰ ਅਸੀਂ ਕੋਵਿਡ-19 ਵਾਇਰਸ ਕਹਿੰਦੇ ਨੇ, ਉਹ ਵੀ ਇੱਕ ਪਰਸਨੈਲਿਟੀ ਹੈ ਜਿਹੜੀ ਹੈ ਉਹਦੇ ਨਾਲ ਮੇਲ ਬੜਾ ਖਾਂਦੀ ਹੈ। ਕਿਵੇਂ ਖਾਂਦੀ ਹੈ ਕਿ ਇੱਕ ਤਾਂ ਉਹ ਆਲ ਆਫ ਏ ਸਡਨ ਅਟੈਕ ਕਰਦਾ ਮਨੁੱਖ ਤੇ ਇਸ ਤਰ੍ਹਾਂ ਹੀ ਜਿਹੜੀ ਇਹ ਮੈਡੀਸਨ ਹੈ ਇਹ ਵੀ ਆਲ ਆਫ ਸਡਨ ਅਟੈਕ ਕਰਦੀ ਹੈ। ਅਤੇ ਦੂਸਰਾ ਇੱਕ ਇਸ ਮੈਡੀਸਨ ਦੇ ਲਈ ਜੇਕਰ ਕਿਸੇ ਨੇ ਮੈਡੀਸਨ ਮਤਲਬ ਸੇਫ ਤੌਰ 'ਤੇ ਵਰਤਣੀ ਹੈ, ਇਹਦੇ ਜਿਹੜੇ ਲੱਛਣ ਨੇ ਦਿਨ ਤੋਂ 12 ਤੋਂ 2 ਵਜੇ ਤੱਕ ਵੱਧਦੇ ਨੇ। ਮਤਲਬ ਜਿਹੜਾ ਰਸਾਇਣਕ ਦਾ ਪੇਸ਼ੈਂਟ ਹੋਊਗਾ ਉਸ ਦੀ ਹਰ ਬਿਮਾਰੀ ਜਿਹੜੀ ਹੈ, ਚਾਹੇ ਉਹਨੂੰ ਦਮੇ ਦਾ ਦੌਰਾ ਹੈ, ਚਾਹੇ ਉਸ ਨੂੰ ਸਾਹ ਦੀ ਤਕਲੀਫ ਹੈ, ਲਗਭਗ ਸਵੇਰੇ ਠੀਕ ਹੋਊਗਾ। ਜਦੋਂ 11 ਵਜਣੇ ਸ਼ੁਰੂ ਹੋ ਜਾਣੇ ਬਸ ਉਸ ਨੂੰ ਮੜਮੜੀ ਪਿਆਸ ਲੱਗਣੀ ਸ਼ੁਰੂ ਹੋ ਜਾਣੀ, ਉਸ ਦੇ ਬੁੱਲ੍ਹ ਸੁੱਕਣੇ ਸ਼ੁਰੂ ਹੋ ਜਾਣੇ, ਉਸ ਦੀ ਜੀਭ ਸੁੱਕਣੀ ਸ਼ੁਰੂ ਹੋ ਜਾਣੀ, ਉਸ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਣੀ, ਉਸ ਨੂੰ ਕਾਂਬਾ ਲੱਗਣਾ ਸ਼ੁਰੂ ਹੋ ਜਾਣੀਆਂ। ਇਹ ਜਿਹੜੀਆਂ ਚੀਜ਼ਾਂ ਨੇ 2 ਵਜੇ ਤੱਕ ਚੱਲਣੀਆਂ ਨੇ। 2 ਵਜੇ ਤੱਕ ਜਿਹੜਾ ਉਹਦਾ ਬੁਖਾਰ ਹੈ ਲਗਭਗ 104 105 ਹੋ ਜਾਣਾ। ਜੇ ਕਿਤੇ ਇਹ ਸਿੰਮਟਮ ਆਉਂਦਾ ਨਾ ਕਿਸੇ ਦੇ ਵਿੱਚ, ਇਹ ਸਮਝ ਲਓ ਵੀ ਇਹ ਇਹੋ ਜਿਹੀ ਮੈਡੀਸਨ ਹੈ, ਇਹ ਕਰੋਨਾ ਨੂੰ ਉਸੇ ਅਵਸਥਾ ਦੇ ਵਿੱਚ ਉੱਥੇ ਹੀ ਰੋਕ ਦੇਗੀ। ਅੱਗੇ ਇੰਨੀ ਬੂਸਟਿੰਗ ਹੈ ਇਹ ਜਿਹੜੀ ਮਤਲਬ ਮੈਡੀਸਨ ਹੈ ਉਸ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਲੇਗੀ। ਇਹ ਸੋਈ ਜਿਹੜੀ ਸਾਡੀ ਡਿਪਾਰਟਮੈਂਟ ਹੈ ਆਯੁਸ਼ ਦਾ, ਉਸਨੇ ਬਹੁਤ ਚੰਗਾ ਕੀਤਾ ਹੈ। ਇਹ ਬਹੁਤ ਪਬਲਿਕ ਹਿੱਤ ਦੇ ਵਿੱਚ ਹੈ ਅਤੇ ਕਿ ਇੱਕ ਹੋਮਿਓਪੈਥਿਕ ਜਿਹੜੇ ਡਾਕਟਰਾਂ ਨੂੰ ਇੱਕ ਮੌਕਾ ਦਿੱਤਾ ਹੈ ਕਿ ਉਹ ਇਸ ਨੂੰ ਇੱਕ ਜਿਹੜੀ ਹੈ ਜਨਤਾ ਨੂੰ ਜਿਹੜੀ ਹੈ ਇੱਕ ਮੋਰਲ ਬੂਸਟਰ ਦੇ ਤੌਰ 'ਤੇ ਵਰਤਣ। ਅਤੇ ਇੱਕ ਜਿਹੜਾ ਫੀਅਰ ਸਾਈਕੋਸਿਸ ਪੈਦਾ ਹੋਇਆ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਕਿ ਜਿਹੜਾ ਰਸਾਇਣਕ ਦਾ ਪੇਸ਼ੈਂਟ ਹੁੰਦਾ ਸਫਾਈ ਪਸੰਦ ਬਹੁਤ ਹੁੰਦਾ ਹੈਗਾ, ਉਹਨੂੰ ਕਹਿੰਦੇ ਅਸੀਂ ਮਨੀਆਂ ਫਾਰ ਕਲੀਨਲੀਨੈਸ, ਅਤੇ ਫੀਅਰ ਆਫ ਡੈਥ, ਫੀਅਰ ਆਫ ਡਿਜੀਜ਼, ਫੀਅਰ ਆਫ ਕੰਟੈਮੀਨੇਸ਼ਨ, ਲਾਗ ਦਾ ਇੰਨਾ ਡਰ ਹੁੰਦਾ ਹੈਗਾ। ਜਿਹੜਾ ਰਸਾਇਣਕ ਦਾ ਪੇਸ਼ੈਂਟ ਹੈ ਉਹ ਕਿਸੇ ਨੂੰ ਹੱਥ ਨਹੀਂ ਲਾਉਂਦਾ, ਕਿਸੇ ਨਾਲ ਹੱਥ ਨਹੀਂ ਮਿਲਾਉਂਦਾ। ਸੋ ਜਿਹੜਾ ਵੀ ਅੱਜ ਕੱਲ੍ਹ ਜਿਹੜੇ ਕਰੋਨੇ ਦੇ ਜਿਹੜੇ ਪੇਸ਼ੈਂਟ ਨੇ ਲਗਭਗ ਇਹ ਲੱਛਣ ਸਾਰਿਆਂ ਦੇ ਵਿੱਚ ਮਿਲਦੇ ਨੇ। ਅਸੀਂ ਹੱਥ ਮਿਲਾਉਣ ਤੋਂ ਕਿੰਨਾ ਡਰਦੇ ਹਾਂ, ਸਾਨੂੰ ਕਰੋਨਾ ਨਾ ਹੋ ਜਾਵੇ। ਇਹ ਕਮਾਲ ਦਾ ਸਿੰਮਟਮ ਹੈ ਰਸਾਇਣਕ ਮੈਡੀਸਨ ਦਾ। ਅਸੀਂ ਸਵਿੱਚ ਨੂੰ ਟੱਚ ਨਹੀਂ ਕਰਦੇ, ਅਸੀਂ ਕਰੰਸੀ ਨੂੰ ਟੱਚ ਨਹੀਂ ਕਰਦੇ। ਟੱਚ ਕਿਉਂ ਨਹੀਂ ਕਰਦੇ ਕਿ ਮਨ ਦੇ 'ਚ ਸਾਡੇ ਫੀਅਰ ਹੈ ਕਿ ਸਾਨੂੰ ਕਰੋਨਾ ਨਾ ਹੋ ਜਾਵੇ। ਸੋ ਜਿਹੜੇ ਇਹੋ ਜਿਹੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਇਹ ਡਰ ਲੱਗਦਾ ਰਹਿੰਦਾ ਹੈ ਕਿ ਮੈਨੂੰ ਕਰੋਨਾ ਨਾ ਹੋ ਜਾਵੇ, ਤਾਂ ਉਹਨਾਂ ਨੂੰ ਤਾਂ ਸਿਰਫ 1 ml ਦੀ ਇੱਕ ਡੋਜ਼ ਕਾਫੀ ਹੈ ਬਸ। ਮੁੜ ਕੇ ਉਹਨਾਂ ਨੂੰ ਕਰੋਨਾ ਨਹੀਂ ਹੋਏਗਾ। ਡਾਕਟਰ ਦੀ ਦੇਖ ਹਾਂ ਉਹ ਚਲੋ ਡਾਕਟਰ ਦੀ ਦੇਖ ਰੇਖ ਹੇਠਾਂ ਲੈਣੀ ਚਾਹੀਦੀ ਹੈ। ਇਹ ਤਾਂ ਜਿਹੜਾ ਪਹਿਲਾ ਅਸੂਲ ਹੈ ਆਪਣੇ ਆਪ 'ਤੇ। ਜਿਹੜੀਆਂ ਨੇ ਇਹ ਜਿਹੜੀਆਂ ਮੈਡੀਸਨਾਂ ਨੇ ਇਹ ਐਟਮ ਬੰਬ ਨੇ, ਜਿਹੜੀਆਂ ਹੋਮੋਪੈਥੀ ਦੀਆਂ ਇਹ ਖੰਜਰ ਨੇ, ਤਲਵਾਰਾਂ ਨੇ। ਇਹਨਾਂ ਦੇ ਨਾਲ ਸਾਨੂੰ ਬੱਚਿਆਂ ਦੀ ਤਰ੍ਹਾਂ ਖੇਡਣਾ ਨਹੀਂ ਚਾਹੀਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਸਾਰੀ ਗੱਲਬਾਤ ਦੇ ਲਈ ਬੜੀ ਤਫਸੀਲ ਦੇ ਨਾਲ ਤੁਸੀਂ ਇਹ ਚੀਜ਼ਾਂ ਸਮਝਾਈਆਂ ਨੇ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਅਜਮੇਰ ਸਿੰਘ ਮਾਨ, ਜਿਨ੍ਹਾਂ ਨੇ ਬੜੇ ਹੀ ਸਾਦੇ ਔਰ ਸਿੱਧੇ ਸਿੱਧੇ ਅਲਫਾਜ਼ਾਂ ਦੇ ਵਿੱਚ ਕਿਹਾ ਹੈ ਕਿ ਜੋ ਕੇਂਦਰ ਦੇ ਆਯੂਸ਼ ਵਿਭਾਗ ਨੇ ਮੋਰਲ ਬੂਸਟਰ ਦੇ ਤੌਰ ਤੇ ਦਵਾਈਆਂ ਦੀ ਵਰਤਣ ਦੀ ਜਿਹੜੀ ਇਜਾਜ਼ਤ ਦਿੱਤੀ ਹੈ, ਰਿਕਮੈਂਡੇਸ਼ਨ ਕੀਤੀ ਹੈ, ਉਹ ਬਹੁਤ ਵੱਡਾ ਕਦਮ ਹੈ। ਪਰ ਨਾਲੋਂ ਨਾਲ ਉਹਨਾਂ ਨੇ ਕਿਹਾ ਹੈ ਕਿ ਉਹ ਜਿਹੜੀਆਂ ਵੀ ਗੱਲਾਂ ਇੱਥੇ ਕਰ ਰਹੇ ਨੇ ਉਹਨਾਂ ਨੂੰ ਡਾਕਟਰਾਂ ਦੀ, ਪ੍ਰੈਕਟਿਸ ਕਰਦੇ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਹੋਮਿਓਪੈਥਿਕ ਦੀ ਲੈਣੀ ਚਾਹੀਦੀ ਹੈ। ਕਿਉਂਕਿ ਉਹਨਾਂ ਕਿਹਾ ਹੈ ਕਿ ਜਿਹੜੀਆਂ ਹੋਮਿਓਪੈਥਿਕ ਦੀਆਂ ਦਵਾਈਆਂ ਨੇ ਅਗਰ ਉਹਨਾਂ ਦੇ ਨਤੀਜੇ ਵਧੀਆ ਨੇ ਤਾਂ ਗੈਰ ਪ੍ਰੋਫੈਸ਼ਨਲ ਡਾਕਟਰ ਤੋਂ ਉਹ ਦਵਾਈ ਲਏਦਾ ਜਿਹੜੇ ਨਤੀਜੇ ਨੇ ਉਹ ਹੋਰ ਕਿਤੇ ਜ਼ਿਆਦਾ ਖਤਰਨਾਕ ਹੋ ਸਕਦੇ ਨੇ। ਸੋ ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਤੁਹਾਨੂੰ ਇਹ ਗੁਜ਼ਾਰਿਸ਼ ਕਰਾਂਗੇ ਜਿਸ ਨੂੰ ਡਾਕਟਰ ਸਾਹਿਬ ਨਾਲ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਆਪਣਾ ਨੰਬਰ ਹੈ ਜਿਹੜਾ ਕਮੈਂਟ ਬਾਕਸ ਦੇ ਵਿੱਚ ਛੱਡਦੇ ਜਾਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਨਿੱਜੀ ਤੌਰ ਦੇ ਉੱਤੇ ਤੁਹਾਨੂੰ ਰਿਪਲਾਈ ਕਰਕੇ ਡਾਕਟਰ ਸਾਹਿਬ ਦਾ ਨੰਬਰ ਅਸੀਂ ਪ੍ਰੋਵਾਈਡ ਕਰਵਾ ਲਈਏ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਧੰਨਵਾਦ।